ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਦਰਸ਼ਕਾਂ ਦਾ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਅਨੰਤ ਢਿੱਲੋਂ ਅੱਜ ਲੈ ਕੇ ਆਇਆ ਇੱਕ ਵਿਸ਼ੇਸ਼ ਮਹਿਮਾਨ ਜੋ ਸਾਨੂੰ ਅੰਮ੍ਰਿਤਸਰ ਤੋਂ ਅਤੇ ਬਾਹਰਲੇ ਮੁਲਕਾਂ ਤੋਂ ਅੰਮ੍ਰਿਤਸਰ ਨਾਲ ਜੋੜਦੀਆਂ ਉਡਾਨਾਂ ਦੀ ਚਲਾਈ ਜਾ ਰਹੀ ਫਲਾਈ ਅੰਮ੍ਰਿਤਸਰ ਮੁਹਿੰਮ ਬਾਰੇ ਹੋਰ ਜਾਣਕਾਰੀ ਦੇਣਗੇ ਅਤੇ ਸਾਡੇ ਨਾਲ ਉਹ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਨਗੇ ਜੋ ਇਸ ਮੁਹਿੰਮ ਦੇ ਦਾਇਰੇ ਦੇ ਵਿੱਚ ਚੱਲ ਰਹੀਆਂ ਹਨ। ਸੋ ਸਵਾਗਤ ਕਰੋ ਸਰਦਾਰ ਸਮੀਪ ਸਿੰਘ ਗੁਮਟਾਲਾ ਜੋ ਗਲੋਬਲ ਕਨਵੀਨਰ ਹਨ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ। ਗੁਮਟਾਲਾ ਜੀ ਬਹੁਤ ਬਹੁਤ ਧੰਨਵਾਦ ਆਨੰਦਦੀਪ ਸਿੰਘ ਜੀ। ਜਿਹੜਾ ਅੱਜ ਅਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ, ਦੱਸਣ ਜਾ ਰਹੇ ਹਾਂ, ਜਾਣਕਾਰੀ ਦੇਣ ਜਾ ਰਹੇ ਹਾਂ ਲੱਖਾਂ ਪੰਜਾਬੀਆਂ ਨੂੰ ਜਿਹੜੇ ਕਿ ਜਿੱਥੇ ਵੀ ਬੈਠੇ ਨੇ, ਭਾਵੇਂ ਉਹ ਇੰਡੀਆ ਹੈ, UK ਹੈ, ਯੂਰਪ ਹੈ ਤੇ ਭਾਵੇਂ ਨਾਰਥ ਅਮਰੀਕਾ ਜਿੱਥੇ ਅਸੀਂ ਬੈਠੇ ਹਾਂ। ਗੁਮਟਾਲਾ ਸਾਹਿਬ, ਸਭ ਤੋਂ ਪਹਿਲਾਂ ਮੈਨੂੰ ਇਸ ਗੱਲ ਬਾਰੇ ਕੁਝ ਚਾਨਣਾ ਪਾਓ ਕਿ ਉਡਾਨਾਂ ਦੀ ਮੁਹਿੰਮ ਦਾ ਖਿਆਲ ਤੁਹਾਡੇ ਦਿਮਾਗ ਵਿੱਚ ਕਿੱਦਾਂ ਉਸਰ ਗਿਆ? ਇਹ ਉਡਾਨਾਂ ਦੀ ਮੁਹਿੰਮ ਜਿਹੜੀ ਹੈ ਇਹ ਮੇਰੇ ਇਸ ਵਿੱਚ ਆਉਣ ਤੋਂ ਪਹਿਲਾਂ ਬੜੇ ਸਾਲ ਪਹਿਲਾਂ ਮੇਰੇ ਪਿਤਾ ਜੀ ਤੇ ਕੁਝ ਹੋਰ ਸੱਜਣਾ ਨੇ ਜਿਹੜੇ ਅੰਮ੍ਰਿਤਸਰ ਨਾਲ ਜਿਨ੍ਹਾਂ ਦਾ ਬਹੁਤ ਪਿਆਰ ਹੈ, ਉੱਥੇ ਜੰਮੇ ਪਲੇ ਤੇ ਚਾਹੁੰਦੇ ਸੀ ਕਿ ਕੁਝ ਸ਼ਹਿਰ ਲਈ ਕੁਝ ਕਰੀਏ। ਤੇ 90 ਦੇ ਦਹਾਕੇ 'ਚ ਮੈਂ ਦੇਖਿਆ ਉਹਨਾਂ ਨੇ ਅੰਮ੍ਰਿਤਸਰ ਵਿਕਾਸ ਮੰਚ ਇੱਕ ਸੰਸਥਾ ਬਣਾਈ ਤੇ ਉਹਦੇ ਵੱਡੇ ਵੱਡੇ ਗੋਲ ਸਨ। ਇਹ ਨਹੀਂ ਕਿ ਛੋਟਾ ਮੋਟਾ ਸੜਕਾਂ ਚੰਗੀਆਂ ਹੋਣ ਜਾਂ ਕਿੱਦਾਂ ਵੀ ਆ, ਪਰ ਪ੍ਰੋਜੈਕਟ ਹੋਣ ਤਾਂ ਜੋ ਸਟੇਟ ਨੂੰ ਰੈਵਨਿਊ ਹੋਵੇ ਤੇ ਨਾਲ ਦੀ ਨਾਲ ਸ਼ਹਿਰ ਵਿੱਚ ਵੀ ਫਿਰ ਇਨਡਾਇਰੈਕਟਲੀ ਜਿਹੜਾ ਵਾ ਜਾਂ ਡਾਇਰੈਕਟਲੀ ਕਹਿ ਲਓ ਫਿਰ ਉੱਤੇ ਅਸਰ ਹੁੰਦਾ ਵਾ ਕਿਉਂਕਿ ਇਨਫਰਾਸਟ੍ਰਕਚਰ ਡਿਵੈਲਪ ਹੁੰਦਾ ਹੈ। ਸੋ ਇਸੇ ਤਹਿਤ ਏਅਰਪੋਰਟ ਜਿਹੜਾ ਸੀ ਇੰਟਰਨੈਸ਼ਨਲ, ਉਹ ਇੱਕ ਏਮ ਸੀ ਵੱਡੀ ਜਿਹੜੀ ਕਿ ਅੰਮ੍ਰਿਤਸਰ ਵਿਕਾਸ ਮੰਚ ਦੀ ਸੀ ਤੇ ਨਾਲ ਦੀ ਨਾਲ IIT, IIM, ਇੰਡੀਅਨ ਇੰਸਟੀਚਿਊਟ ਮੈਨੇਜਮੈਂਟ ਤੇ ਹੋਰ ਜਿਹੜੀਆਂ ਕੰਪਨੀਆਂ ਹੋਣਗੀਆਂ, ਹਾਰਟੀਕਲਚਰ ਹੋ ਗਿਆ ਤੇ ਹੋਰ ਵੀ ਬਹੁਤ ਵੱਡੇ ਪ੍ਰੋਜੈਕਟ ਸਨ ਜਿਹੜੇ ਕਿ ਉਹਨਾਂ ਨੇ ਸ਼ੁਰੂ ਕੀਤੇ ਸਨ। ਉਹ 'ਚ ਹੈਰੀਟੇਜ ਦੀ ਪ੍ਰੋਟੈਕਸ਼ਨ ਵੀ ਬੜਾ ਸੀ, ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲਸ ਹੈ, ਜਿਹਨੂੰ ਰਾਮ ਬਾਗ ਵੀ ਕਹਿੰਦੇ ਨੇ। ਸੋ ਇਹ ਚੀਜ਼ਾਂ ਸਨ ਕਿ ਪਰ 2015-16 ਵਿੱਚ ਫਿਰ ਮੈਂ ਦੇਖਿਆ ਕਿ ਬਹੁਤ ਦੇਰ ਦੇ ਲੱਗੇ ਨੇ ਤੇ ਉਹਨਾਂ ਦਾ ਕੰਮ ਸੀ ਇੰਨੀ ਟੈਕਨੀਕੈਲਿਟੀ 'ਚ ਨਹੀਂ ਸੀ ਗਏ। ਇੰਨਾ ਪਤਾ ਸੀ ਕਿ ਪੰਜਾਬੀ ਬਾਹਰ ਰਹਿੰਦੇ ਨੇ, ਚਿੱਠੀਆਂ ਲਿਖਤੀਆਂ, 에ਅਰ ਇੰਡੀਆ ਨੂੰ ਲਿਖਿਆ, ਏਅਰਪੋਰਟ ਦਾ ਟਰਮੀਨਲ ਨਵਾਂ ਬਣਿਆ। ਪਰ ਫਿਰ ਮੈਂ ਤਕਰੀਬਨ 2016 ਵਿੱਚ ਫਿਰ ਟੈਕਨੀਕਲੀ ਸਾਰਾ ਕੁਝ ਸਟੱਡੀ ਕੀਤਾ, ਕੇਸ ਬਣਾਉਣਾ ਸ਼ੁਰੂ ਕੀਤਾ। ਮੇਰੇ ਨਾਲ ਤੁਸੀਂ ਵੀ ਜੁੜੇ। ਅਸੀਂ ਪਹਿਲਾਂ ਵੀ ਜਾਣਦੇ ਸੀ ਪਰ ਅਸੀਂ ਫਿਰ ਹੋਰ ਡੂੰਘਾਈ ਤੱਕ ਜਾਂਚ ਕੀਤੀ ਤੇ ਫਿਰ ਇਹ ਆਨੰਦਦੀਪ ਸਿੰਘ ਢਿੱਲੋਂ ਵੱਲੋਂ, ਤੁਹਾਡੇ ਵੱਲੋਂ ਹੀ ਅਸੀਂ ਜਦੋਂ ਇਹ ਗੱਲ ਕੀਤੀ ਤੇ ਫਿਰ ਇਹ ਨਵਾਂ ਨਾਮ ਆਇਆ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ। ਸੋ ਇਹ ਜਿਹੜੀ ਹੈ ਉਸ ਤੋਂ ਬਾਅਦ ਜਰਨੀ ਜਿਹੜੀ ਸ਼ੁਰੂ ਹੋਈ, ਉਪਰਾਲਾ ਕਹਿ ਲਈਏ, ਇਨੀਸ਼ੀਏਟਿਵ ਕਹਿ ਲਈਏ, ਸਾਰੇ ਦਾ ਸਾਂਝਾ ਉਪਰਾਲਾ ਸੀ। ਹੋਰ ਵੀ ਬਹੁਤ ਲੋਕ ਜੁੜੇ ਤੇ ਫਿਰ ਇਸ ਤਰ੍ਹਾਂ ਹੌਲੀ ਹੌਲੀ 에ਅਰਲਾਈਨਸ ਤੱਕ ਪਹੁੰਚ ਕਰਦੇ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ। ਸੋ ਮੈਂ ਇੱਥੇ ਇਹ ਦੱਸਣਾ ਜ਼ਰੂਰੀ ਸਮਝਾਂਗਾ ਕਿ ਅੰਮ੍ਰਿਤਸਰ ਵਿਕਾਸ ਮੰਚ ਨੇ 1990-2000 ਦੇ ਦਹਾਕੇ ਦੇ ਵਿੱਚ ਦਿੱਲੀ ਦੀ ਸਰਕਾਰ, ਜੋ ਕਿ ਇੰਦਰ ਕੁਮਾਰ ਗੁਜਰਾਲ ਉਹਨਾਂ ਦੀ ਉਦੋਂ ਸਰਕਾਰ ਸੀ, ਉਹਦੇ ਤੱਕ ਪਹੁੰਚ ਕੀਤੀ ਤੇ ਪਹੁੰਚ ਕਰਨ ਤੋਂ ਬਾਅਦ ਅਹਿਮਦ ਇਬਰਾਹਿਮ ਜੋ ਹਵਾਬਾਜ਼ੀ ਮੰਤਰੀ ਸਨ, ਉਹਨਾਂ ਨੇ ਲਿਬਰਲ ਗ੍ਰਾਂਟ ਦਿੱਤੀ ਏਅਰਪੋਰਟ ਵਾਸਤੇ, ਜਿਸ ਕਰਕੇ ਨਵਾਂ ਟਰਮੀਨਲ ਤੇ ਹੋਰ ਵਿਸਤਾਰ ਹੋਣਾ ਸੰਭਵ ਹੋ ਸਕਿਆ ਤੇ ਵਾਕਈ ਇੰਟਰਨੈਸ਼ਨਲ ਏਅਰਪੋਰਟ ਬਣ ਨਿਬਰਿਆ। ਉਹਦੇ ਤੋਂ ਬਾਅਦ ਦੇ ਸਾਲਾਂ ਦੇ ਵਿੱਚ ਜਦੋਂ ਗੁਮਟਾਲਾ ਸਾਹਿਬ ਸਾਡੇ ਵੀਰ ਇਹ ਵੀ ਅੰਮ੍ਰਿਤਸਰ ਵਿੱਚ ਸਨ ਤੇ ਜਿਨ੍ਹਾਂ ਨੂੰ ਕਹਿ ਲਓ ਕਿ ਘਰੋਂ ਹੀ ਗੁੜਤੀ ਮਿਲੀ ਇਹਨਾਂ ਲੋਕ ਪੱਖੀ ਕੰਮਾਂ ਦੀ, ਉਦੋਂ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਹੋਈਆਂ ਜਿਨ੍ਹਾਂ ਵਿੱਚ ਏਅਰ ਇੰਡੀਆ ਸੀ। ਪਹਿਲਾਂ ਹਰਿਆਣਾ ਅਫਗਾਨ ਏਅਰਲਾਈਨ ਵੀ ਜਾਂਦੀ ਸੀ ਅਫਗਾਨਿਸਤਾਨ ਲਈ, ਫਿਰ ਜੈਟ ਏਅਰਵੇਜ਼ ਦੀ ਉਡਾਨ ਸ਼ੁਰੂ ਹੋਈ ਤੇ ਕਾਫੀ ਸਾਰੀਆਂ ਉਡਾਨਾਂ 2010-11 ਤੱਕ ਚੱਲਦੀਆਂ ਰਹੀਆਂ। ਉਸ ਤੋਂ ਬਾਅਦ ਇਹ ਦੱਸਣਾ ਵਾਜਬ ਹੈ ਕਿ ਦਿੱਲੀ ਦਾ ਏਅਰਪੋਰਟ ਦਾ ਵਿਸਤਾਰ ਹੋ ਗਿਆ, ਨਵੀਂ ਰਨਵੇ ਤੇ ਨਵਾਂ ਟਰਮੀਨਲ ਬਣ ਗਿਆ, ਫਿਰ ਉਹ ਏਅਰਪੋਰਟ ਪ੍ਰਾਈਵੇਟ ਹੱਥਾਂ 'ਚ ਆ ਗਿਆ। ਫਿਰ ਕੁਝ ਅੰਮ੍ਰਿਤਸਰ ਤੋਂ ਉਡਾਨਾਂ ਜੋ ਹੈ ਉਹ ਜਾਣੀਆਂ ਸ਼ੁਰੂ ਹੋ ਗਈਆਂ ਤੇ ਅਸੀਂ ਇਸ ਬਾਬਤ ਗੱਲਬਾਤ ਕਰਦੇ ਰਹਿੰਦੇ ਸਾਂ ਤੇ 2015-16 'ਚ ਜਿਵੇਂ ਗੁਮਟਾਲਾ ਜੀ ਨੇ ਦੱਸਿਆ ਕਿ ਅਸੀਂ ਸੋਚਿਆ ਕਿ ਉਡਾਨਾਂ ਦੇ ਕੰਮ ਲਈ, ਉਡਾਨਾਂ ਦੇ ਬਾਬਤ ਕੋਈ ਫੋਕਸਡ ਕੰਮ ਕੀਤਾ ਜਾਵੇ। ਤੇ ਉਦੋਂ ਫਲਾਈ ਅੰਮ੍ਰਿਤਸਰ ਅਭਿਆਨ ਜੋ ਸਮੀਪ ਜੀ ਨੇ ਦੱਸਿਆ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਹੋਂਦ ਵਿੱਚ ਆਇਆ ਇਹ ਸਾਰਾ ਅਤੇ ਉਦੋਂ ਤੋਂ ਇਹ ਫੋਕਸਡ ਕੰਮ ਚੱਲ ਰਿਹਾ। ਸੋ ਸਮੀਪ ਜੀ ਇਹ ਦੱਸੋ ਕਿ 2015-16 ਤੋਂ ਜਦੋਂ ਇਹ ਇਨੀਸ਼ੀਏਟਿਵ ਅਭਿਆਨ ਸ਼ੁਰੂ ਕੀਤਾ ਗਿਆ, ਸਭ ਤੋਂ ਪਹਿਲਾਂ ਆਪਾਂ ਵੱਡਾ ਕੰਮ ਜਿਹੜਾ ਹੈ ਤੁਸੀਂ ਕਿਹੜਾ ਵਿੱਢਿਆ?
ਹਾਂਜੀ, ਇਹ 'ਚ ਮੈਂ ਉਸ ਤੋਂ ਪਹਿਲਾਂ ਇਹਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਗੱਲ ਦੱਸਦਾ, ਤੁਸੀਂ ਗੱਲ ਕੀਤੀ ਗੁਜਰਾਲ ਸਾਹਿਬ ਦੀ ਸਰਕਾਰ ਦੀ। ਮੈਂ ਸਾਰਿਆਂ ਨੂੰ, ਜਿੰਨੇ ਵੀ ਸਾਡੇ ਸੁਣਨ ਵਾਲੇ ਨੇ, ਦੇਖਣ ਵਾਲੇ ਨੇ, ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਮੈਨੂੰ ਬੜੀ ਇੱਕ ਮੇਰੇ ਫਾਦਰ ਹਾਲੇ ਵੀ ਦੱਸਦੇ ਨੇ, ਜਦੋਂ ਉਹ ਮਿਲੇ ਉਹਨਾਂ ਨੂੰ, ਉਹਨਾਂ ਦੇ ਹੱਥ 'ਚ ਚਿੱਠੀ ਸੀ ਤੇ ਅੰਮ੍ਰਿਤਸਰ ਵਿਕਾਸ ਮੰਚ ਦਾ ਲੋਗੋ ਜਿਹੜਾ ਵਾ ਉਹ 'ਚ ਸਕੈਚ ਹੈਗਾ ਹਰਿਮੰਦਰ ਸਾਹਿਬ ਦਾ ਗੋਲ ਬਣਿਆ ਤੇ ਵਿਚਕਾਰ ਤੇ ਅੰਮ੍ਰਿਤਸਰ ਵਿਕਾਸ ਮੰਚ ਉੱਤੇ ਲਿਖਿਆ ਸਾਈਡ ਤੇ ਉਹਨਾਂ ਨੇ ਦੇਖਿਆ ਕਿ ਤੁਸੀਂ ਅੰਮ੍ਰਿਤਸਰ ਤੋਂ ਆਏ ਜੇ। सो उन्होंने बोलिया कि आप अमृतसर से आए हैं क्या, गुरु की नगरी से आए हैं। उन्होंने गुरु नगरी पर किया कि वहां से आए हैं, गुरुद्वारे से आए हैं, क्या चाहिए आपको। ਤੇ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਆ ਸਾਡੀ ਵੱਡੀ ਗੱਲ ਹੈ ਤੇ ਤੁਸੀਂ ਸਿਵਲ ਮੰਤਰੀ ਜੇ ਤੇ 에어ਪੋਰਟ ਦਾ ਅਪਗ੍ਰੇਡ, ਜਿਹ ਰਨਵੇ ਦਾ ਅਪਗ੍ਰੇਡ ਵੀ ਸੀਗਾ ਤੇ ਉਦੋਂ ਸਰਕਾਰ ਜਿਹੜੀ ਸੀ ਗੁਜਰਾਲ ਸਾਹਿਬ ਥੋੜਾ ਸਮਾਂ ਰਹੀ ਤੇ ਡਾਵਾਡੋਲ ਸੀ। ਤੇ ਉਹ ਮੇਰੇ ਦੱਸਦੇ ਨੇ ਕਿ ਉਹਨਾਂ ਨੇ ਚਿੱਠੀ ਨੂੰ ਫੜਿਆ ਤੇ ਚਿੱਠੀ ਨੂੰ ਫੜ ਕੇ ਤੇ ਉਹਨਾਂ ਨੇ ਪਹਿਲਾਂ ਉਂਗਲ ਰੱਖੀ ਉੱਤੇ ਸਾਈਡ ਤੇ ਕਿ ਇਹ ਦੇਖੋ, यहाँ से आप आए हो, हमारी सरकार रहे ना रहे, एयरपोर्ट हम अमृतसर को जरूर देके जाएंगे। तो किसी ने किया कि वादा कर दे जे, कहते इट्स अ जेंटलमैन प्रॉमिस। उन्हें चिट्ठी चुक के फिर अपने मत्थे ना लाई। सो ये गल बहुत यादगार है। मैं सारे ਨੂੰ ਦੱਸ ਦਵਾਂ कि ਇਹ ਜਿਹੜਾ ਬਾਅਦ ਚ ਟਰਮੀਨਲ 2004 ਸ਼ੁਰੂ ਹੋਇਆ ਬੰਨਾ 6 ਵਿੱਚ ਜਦੋਂ ਵੀ ਹੈ ਕੁਝ ਪ੍ਰੋਬਲਮਸ ਵੀ ਆਈਆਂ, ਪੈਸੇ ਮਨਜ਼ੂਰ ਫਿਰ ਵਾਜਪਾਈ ਸਰਕਾਰ ਵੇਲੇ, ਤੇ ਇਹ ਗੱਲ ਬਹੁਤ ਇੱਕ ਕਾਫੀ ਘੱਟ ਲੋਕ ਜਾਣਦੇ ਹੋਣਗੇ, ਪਰ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਾਂਝੀ ਕਰੀਏ ਕਿ ਇੱਕ ਚਿੱਠੀ ਦਾ ਅਸਰ ਜਿਹੜਾ ਉਸ ਤੋਂ ਬਾਅਦ ਕਿੱਥੇ ਗਿਆ, ਕਿਸੇ ਅਫਸਰ ਕੋ ਪਹੁੰਚੀ, ਕਿਵੇਂ ਕਿਸੇ ਨੇ ਕਿਹਾ ਕਿ ਚੰਡੀਗੜ੍ਹ ਬਣਾ ਲਓ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਤੁਸੀਂ ਗੱਲ ਕੀਤੀ ਹੈ ਹੁਣ 2015-16 ਤੋਂ ਜਦੋਂ ਸ਼ੁਰੂ ਕੀਤਾ ਤੇ ਉਸ ਸਮੇਂ ਆਨੰਦ ਜੀ ਚੰਡੀਗੜ੍ਹ ਹਵਾਈ ਅੱਡੇ ਦਾ ਹਾਈ ਕੋਰਟ 'ਚ ਕੇਸ ਚੱਲ ਰਿਹਾ ਸੀ। ਠੀਕ ਹੈ ਜੀ। ਤੇ ਅਸੀਂ ਦੇਖ ਰਹੇ ਸੀਗੇ ਕਿ ਹਾਈ ਕੋਰਟ ਕਾਫੀ 에ਅਰਲਾਈਨਸ ਨੂੰ ਝਾੜ ਪਾ ਰਿਹਾ, ਸਰਕਾਰ ਨੂੰ ਝਾੜ ਪਾ ਰਿਹਾ, ਤੇ ਅਸੀਂ ਹੈਰਾਨ ਸੀਗੇ ਕਿ ਹਾਈ ਕੋਰਟ ਇਸ ਤਰ੍ਹਾਂ ਇੰਟਰਫੇਅਰ ਕਰ ਸਕਦਾ ਹੈ। ਉੱਥੇ ਮੇਰਾ ਫਿਰ ਥੋੜਾ ਇੰਟਰਸਟ ਸ਼ੁਰੂ ਹੋਇਆ। ਇੰਟਰਸਟ ਤੇ ਸੀਗਾ ਪਹਿਲਾਂ ਹੀ, ਮੈਂ ਜਾਣਦਾ ਸੀ, ਪਰ ਇਦਾਂ ਕੋਈ ਮੁਹਿੰਮ ਨਹੀਂ ਸੀ। ਤੇ ਫਿਰ ਮੈਂ ਖੁਦ ਸਾਰਾ ਸਮਰੀ 2004 ਤੋਂ ਲਿਖਣੀ ਸ਼ੁਰੂ ਕੀਤੀ ਕਿ ਵਕੀਲ ਨੂੰ ਦਿੱਤਾ ਜਾ ਸਕੇ ਕਿ ਅੰਮ੍ਰਿਤਸਰ ਵੀ ਜਿਹੜੀ ਅੰਮ੍ਰਿਤਸਰ ਬਰਮਿੰਗਮ ਸਿੱਧੀ ਫਲਾਈਟ ਚੱਲਦੀ ਸੀ 2008 ਤੱਕ, ਫਿਰ ਅੰਮ੍ਰਿਤਸਰ ਲੰਡਨ ਉਹਨੂੰ ਵਾਇਆ ਦਿੱਲੀ ਕਰ ਦਿੱਤਾ ਗਿਆ ਤੇ 2016 ਵਿੱਚ ਇਹ ਅੰਮ੍ਰਿਤਸਰ ਦਿੱਲੀ ਬਰਮਿੰਗਮ ਸੀ। ਪਹਿਲਾਂ ਇੱਧਰ ਨੂੰ ਜਾਂਦੀ ਸੀ, ਫਿਰ ਦਿੱਲੀੋਂ ਉੱਡ ਕੇ ਅੰਮ੍ਰਿਤਸਰ ਤੋਂ ਉੱਪਰੋਂ ਲੰਘ ਕੇ ਤੇ ਫਿਰ ਬਰਮਿੰਗਮ ਨੂੰ ਜਾਂਦੀ ਸੀ। ਉਹਦਾ ਇੱਕ ਕੇਸ ਤਿਆਰ ਕੀਤਾ। ਉਹਦੇ ਲਈ ਫਿਰ ਮੈਨੂੰ ਅੰਕੜੇ ਕੱਢਣੇ ਪਏ ਪਿਛਲੇ। ਠੀਕ ਹੈ। ਤੇ ਜਦੋਂ ਅੰਕੜੇ ਕੱਢੇ ਤੇ ਮੇਰੇ ਕੋਲ ਕੋਈ ਐਕਸੈਸ ਤੇ ਹੈ ਨਹੀਂ, ਪਰ 에ਅਰਪੋਰਟ ਅਥਾਰਟੀ ਵੱਲੋਂ ਡੇਟਾ ਰਿਲੀਜ਼ ਕੀਤਾ ਜਾਂਦਾ ਹਰ ਮਹੀਨੇ ਦਾ। ਮਹੀਨੇ ਦਾ ਮੈਂ ਅੰਕੜਾ ਕੱਢਿਆ ਸਾਰਾ, ਉਹਨੂੰ ਫਿਰ ਇਕੱਠਾ ਕਰਕੇ ਤੇ ਕਿੰਨੀ ਸਵਾਰੀ ਪਹਿਲਾਂ ਬਰਮਿੰਗਮ ਗਈ ਸੀ। ਸਾਨੂੰ ਇਹ ਨਹੀਂ ਪਤਾ ਕਿ ਅੰਮ੍ਰਿਤਸਰ ਬਰਮਿੰਗਮ ਤੋਂ ਟੋਰਾਂਟੋ ਵੀ ਫਲਾਈਟ ਜਾਂਦੀ ਸੀ। ਸੋ ਟੋਰਾਂਟੋ ਵੀ ਕਿੰਨੇ ਯਾਤਰੀ ਗਏ ਉਹ ਵੀ ਕੱਢੇ, ਤੇ ਜੋ ਵੀ ਸਿੱਧੀ ਜਿਹਨਾਂ ਦੀ ਇਮੀਗ੍ਰੇਸ਼ਨ ਅੰਮ੍ਰਿਤਸਰ ਹੁੰਦੀ ਸੀ ਉਹ ਉਹਨਾਂ ਦੇ ਅੰਕੜੇ ਉਹ 'ਚ ਆਉਂਦੇ ਨੇ। ਤੇ ਉਹਦੇ 'ਚ ਮੈਂ ਦੇਖਿਆ ਕਿ ਹੁਣ ਵੀ ਬਰਮਿੰਗਮ ਦੀ ਜਿਹੜੀ ਫਲਾਈਟ ਜਾ ਰਹੀ ਹੈ 40% ਯਾਤਰੀ ਜਿਹੜੇ ਨੇ ਉਹ ਅੰਮ੍ਰਿਤਸਰੋਂ ਚੜ੍ਹਦੇ ਪਏ ਆ। ਠੀਕ ਜੀ। ਤੇ ਬਰਮਿੰਗਮ ਦੇ ਜਾਣ ਵਾਲੇ ਪੰਜਾਬੀ ਨੇ, ਤੇ ਜਿਹੜੇ ਦਿੱਲੀੋਂ ਵੀ ਚੜ੍ਹ ਰਹੇ ਹੋਣਗੇ 60% ਵਿੱਚੋਂ 50% ਤੇ ਹੋਣਗੇ। ਸੋ ਇੱਕ ਸਾਰਾ ਕੇਸ ਬਣਾਇਆ ਕਿ 에ਅਰ ਇੰਡੀਆ ਜਿਹੜੀ ਆ ਟੈਕਸ ਪੇਅਰ ਮਨੀ ਤੇ ਆ, ਤਾਂ ਜੋ ਕੋਰਟ ਨੂੰ ਕਿਹਾ ਜਾ ਸਕੇ ਕਿ ਇਟਸ ਅ ਟੈਕਸ ਪੇਅਰ ਮਨੀ ਤੇ ਤੁਸੀਂ ਸਾਨੂੰ ਦਿੱਲੀ ਨੂੰ ਵੀ ਬੈਨੀਫਿਟ ਕਰਨ ਦੇ ਜੇ ਪ੍ਰਾਈਵੇਟ 에ਅਰਪੋਰਟ ਨੂੰ, ਤੇ ਇਹਨੂੰ ਫਲਾਈਟ ਨੂੰ ਦਿੱਲੀ, ਅੰਮ੍ਰਿਤਸਰ, ਬਰਮਿੰਗਮ ਕੀਤਾ ਜਾਵੇ। ਸੋ ਉਹਦੇ ਵਿੱਚ ਫਿਰ ਸਾਰਾ ਇੱਕ ਪ੍ਰੈਜੈਂਟੇਸ਼ਨ ਤਿਆਰ ਕੀਤੀ ਤੇ ਫਿਰ ਸਾਨੂੰ ਇੱਕ 에ਅਰਲਾਈਨਸ ਦੀ ਲਿਸਟ ਮਿਲੀ। ਸੋ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਸਨ ਉਹ ਸਟੱਡੀ ਕਰਨੀਆਂ ਸ਼ੁਰੂ ਕੀਤੀਆਂ, ਟ੍ਰੈਫਿਕ ਡੇਟਾ, ਪ੍ਰੈਜੈਂਟੇਸ਼ਨ ਬਣਾਈ, ਫਿਰ ਹੌਲੀ ਕੰਮ ਜਿਹੜਾ ਵਾ ਅੱਗੇ ਨੂੰ ਤੁਰਨਾ ਸ਼ੁਰੂ ਹੋਇਆ। ਜਿਵੇਂ ਕਿ ਸਮੀਪ ਜੀ ਨੇ ਸਾਂਝ ਪਾਈ, ਦਰਸ਼ਕ ਇਸ ਗੱਲ ਤੋਂ ਭਲੀ ਭਾਂਤ ਹੁਣ ਜਾਣੂ ਹੋ ਸਕਦੇ ਆ ਕਿ ਸਮੀਪ ਜੀ ਨੇ ਦਿਨ ਰਾਤ ਲਾਇਆ ਉਹ ਡਾਟਾ ਕੱਢਣ ਲਈ ਔਰ ਆਪਣੇ ਸਹਿਯੋਗੀ ਮਿੱਤਰਾਂ ਦੋਸਤਾਂ ਦਾ ਸਹਿਯੋਗ ਲਿਆ ਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ। ਸੋ ਇਹ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਤੇ ਸਾਡੇ ਵੱਲੋਂ ਚਲਾਈ ਇਸ ਅਭਿਆਨ ਫਲਾਈ ਅੰਮ੍ਰਿਤਸਰ ਅਭਿਆਨ, ਇਹ ਸਿਰਫ ਨਾਂ ਦੀਆਂ ਗੱਲਾਂ ਨਹੀਂ, ਇਸ ਵਿੱਚ ਵਾਕਈ ਬਹੁਤ ਡੂੰਘਾ ਕੰਮ ਕੀਤਾ ਗਿਆ ਤੇ ਪਰਸਨਲ ਟਾਈਮ ਇਨਵੈਸਟ ਕੀਤਾ ਗਿਆ। ਉਹ ਚੀਜ਼ਾਂ ਦੀ ਘੋਖ ਕੀਤੀ ਗਈ। ਪਹਿਲਾਂ ਇਹ ਪਤਾ ਲਾਇਆ ਗਿਆ ਕਿ ਇੰਨੇ ਸਾਲਾਂ ਤੋਂ ਚਿੱਠੀਆਂ ਲਿਖੀਆਂ ਜਾ ਰਹੀਆਂ 에ਅਰਲਾਈਨਾਂ ਨੂੰ ਜਾਂ ਹੋਰ ਦਫ਼ਤਰਾਂ ਨੂੰ, ਤੇ ਇਹ ਕੰਮ ਕਿਉਂ ਸਿਰੇ ਨਹੀਂ ਚੜ ਰਿਹਾ। ਜਦੋਂ ਇਸ ਚੀਜ਼ ਦਾ ਪਤਾ ਲੱਗਿਆ ਕਿ ਫੋਕਸਡ ਕੰਮ ਕਰਨ ਦੀ ਅਪਰੋਚ ਹੈ, ਕਿੱਥੇ ਜਾ ਕੇ ਗੱਲ ਕਰਨ ਦੀ ਲੋੜ ਹੈ, ਸਰਕਾਰਾਂ ਨਾਲ ਕਿਵੇਂ ਗੱਲ ਕਰਨੀ ਹੈ, ਹਵਾਈ ਕੰਪਨੀਆਂ ਨਾਲ ਕਿੱਦਾਂ ਗੱਲ ਕਰਨੀ ਹੈ, ਕੋਰਟ ਦਾ ਸਹਾਰਾ ਕਿੱਦਾਂ ਲਿਆ ਜਾ ਸਕਦਾ, ਕਿਉਂਕਿ 에ਅਰਪੋਰਟ ਦੇ ਉੱਤੇ 500-600 ਕਰੋੜ ਰੁਪਈਆ ਸਰਕਾਰੀ ਖਜ਼ਾਨੇ ਦਾ ਖਰਚ ਹੋਇਆ। ਸੋ ਇੱਕ ਫੋਕਸਡ ਐਡਵੋਕੇਸੀ ਕੈਂਪੇਨ ਵਿੱਢੀ ਗਈ ਔਰ ਇੱਕ ਪਹਿਲੀ ਵਾਰ ਕਹਿ ਸਕਦੇ ਹਾਂ ਅਸੀਂ ਅੰਮ੍ਰਿਤਸਰ ਦੇ ਇਤਿਹਾਸ 'ਚ, ਪੰਜਾਬ ਦੇ ਇਤਿਹਾਸ 'ਚ ਇਦਾਂ ਹੋਇਆ ਕਿ ਇੱਕ ਗੈਰ ਸਰਕਾਰੀ ਸਮਾਜਿਕ ਸੰਸਥਾ
ਇੱਕ ਲੋਕ ਪੱਖੀ ਵਿਸ਼ੇ ਦੇ ਉੱਤੇ ਕੰਮ ਕਰ ਰਹੀ ਹੈ ਇੰਨੇ ਸਾਲਾਂ ਤੋਂ। ਹਾਂਜੀ, ਮੈਨੂੰ ਕਾਫੀ, ਜਦੋਂ ਮੈਂ ਕੈਨੇਡਾ ਗਿਆ, ਆਪਾਂ ਹੁਣ ਕੈਨੇਡਾ ਦੀ ਜਿਸ ਤਰ੍ਹਾਂ ਗੱਲ ਕਰ ਰਹੇ ਹਾਂ, ਬਿਲਕੁਲ ਤੇ ਜੀ। 2018 ਵਿੱਚ ਮੈਂ 17 ਚ ਉੱਥੇ ਗਿਆ, ਇੱਕ ਟਾਕ ਸ਼ੋ ਦਾ ਵੀ ਉਹ 'ਚ ਮੈਂ ਗਿਆ, ਉੱਥੇ ਲੋਕੀ ਕਾਲਾਂ ਕਰਦੇ ਸੀ, ਤੇ ਇੱਕ ਦੋ ਕਾਲਾਂ ਏਦਾਂ ਵੀ ਆਈਆਂ, ਕੁਝ ਕਹਿਣਗੇ ਸਾਡੇ ਬੱਚਿਆਂ ਨੇ ਅਮਰੀਕਾ ਆਉਣਾ ਕਿੱਦਾਂ, ਕੈਨੇਡਾ ਆਉਣਾ ਕਿੱਦਾਂ, ਆ ਸਕਦੇ ਜੀ, ਇਹ ਹੈ ਉਹ ਹੈ। ਸੋ ਕਾਫੀ ਲੋਕ ਪਹਿਲਾਂ ਸੋਚਦੇ ਕਿ ਸਾਡਾ ਕੋਈ ਇੰਟਰਸਟ ਹੈ ਜਾਂ ਕੋਈ ਟਰੈਵਲ ਏਜੰਸੀ ਹੈ, ਪਰ ਜੋ ਫਿਰ ਕਾਫੀ ਲੋਕਾਂ ਨੂੰ ਪਤਾ ਲੱਗਾ ਕਿ ਜਿਸ ਤਰ੍ਹਾਂ ਮੈਂ ਇੱਕ ਇੰਜੀਨੀਅਰ ਹਾਂ ਤੇ ਤੁਸੀਂ ਵੀ ਉੱਥੇ ਆਪਣਾ ਜੋ ਵੀ ਜੌਬ ਕਰਦੇ ਜੇ, ਤੇ ਨਾਲ ਜਿਹੜੇ ਹੋਰ ਸੱਜਣ ਜੁੜੇ ਸਨ, ਫਿਰ ਉਸੇ ਤਰ੍ਹਾਂ ਫਿਰ ਅਸੀਂ ਦੱਸਿਆ ਕਿ ਅਸੀਂ ਅੰਮ੍ਰਿਤਸਰ ਤੋਂ ਹਾਂ, ਤੇ ਫਿਰ ਇਸ ਤਰ੍ਹਾਂ ਇਹ ਜਿਹੜੀ ਗੱਲ ਹੈ, ਤੇ ਹੁਣ ਤੁਹਾਡੇ ਸਾਹਮਣੇ ਆ ਕਿ ਅੱਜ ਹੁਣ ਕੈਨੇਡਾ ਵਿੱਚ ਵੀ, ਅਮਰੀਕਾ ਵਿੱਚ ਵੀ, ਜਿਸ ਤਰ੍ਹਾਂ ਪਿਛਲੇ ਸਾਲ ਜੋ ਇੱਕ ਅਸੀਂ ਪਟੀਸ਼ਨ ਸ਼ੁਰੂ ਕੀਤੀ ਜਾਂ ਕਿਸ ਤਰ੍ਹਾਂ ਮੁਹਿੰਮ ਸ਼ੁਰੂ ਕੀਤੀ ਹੈ ਕੈਨੇਡਾ ਦੀ ਯੂਕੇ ਜੁੜਨ ਤੋਂ ਬਾਅਦ, ਤੇ ਫਿਰ ਅਸੀਂ ਅੱਜ ਮੈਂ ਕਹਾਂਗਾ ਕਿ ਇਹ ਗੁਰੂ ਸਾਹਿਬ ਦੀ ਮਿਹਰ ਸਮਝ ਲਓ ਕਿ ਅਸੀਂ ਮਿਹਨਤ ਕਰਕੇ ਜਦੋਂ ਅੱਗੇ ਆਏ ਹਾਂ, ਤੇ ਰਾਹ ਇੱਕ ਖੋਲਿਆ ਸੀ, ਹੌਲੀ ਰਾਹ ਬਣੀ ਗਿਆ, ਸ਼ੁਰੂ ਕੀਤਾ ਸੀ ਬਣਾਉਣਾ, ਤੇ ਉਹ ਰਾਹ ਕਾਫੀ ਖੁੱਲ ਗਿਆ। ਸੋ ਇਹਦੇ ਵਿੱਚ ਇਹ ਵੀ ਦੱਸਾਂਗੇ ਕਿ ਗੁਜਰਾਲ ਸਾਹਿਬ ਤੋਂ ਬਾਅਦ ਦੀਆਂ ਵੀ ਸਰਕਾਰਾਂ ਨੇ ਕਈ ਵਾਰ ਕੁਝ ਕਦਮ ਚੁੱਕੇ। ਇਹ ਨਹੀਂ ਕਿ ਸਰਕਾਰਾਂ ਨੇ ਅੰਮ੍ਰਿਤਸਰ ਲਈ ਕੁਝ ਕੀਤਾ ਨਹੀਂ, ਬਟ ਹਮਾਇਤ ਕੀਤੀ ਸੈਂਟਰ ਦੀਆਂ ਸਰਕਾਰਾਂ ਨੇ। ਪੰਜਾਬ ਸਰਕਾਰ ਵੱਲੋਂ ਦੁੱਖ ਹੈ ਕਿ ਨਾ ਪੱਖੀ ਜੋ ਹੈ ਉਹ ਰੋਲ ਪਲੇ ਕੀਤਾ ਗਿਆ ਹੈ ਪਿਛਲੇ 3-4 ਸਰਕਾਰਾਂ ਤੋਂ ਹੀ, ਤੇ ਹੁਣ ਦੀ ਸਰਕਾਰ ਵੀ ਕੋਈ ਬਹੁਤ ਹਾਂ ਪੱਖੀ ਜੋ ਵਤੀਰਾ ਹੈ ਉਹ ਅੰਮ੍ਰਿਤਸਰ ਹਵਾਈ ਅੱਡੇ ਤੇ ਅੰਮ੍ਰਿਤਸਰ ਇਲਾਕੇ ਲਈ ਸਿਰਫ ਗੱਲਾਂ ਹੀ ਕਰਦੀ ਹੈ। ਹਾਂ ਪੱਖੀ ਵਤੀਰਾ ਜਾਂ ਕੋਈ ਜ਼ਮੀਨੀ ਕੰਮ ਦਾ ਜੋ ਅਸਲ ਵਿੱਚ ਜੋ ਨਹੀਂ ਉਹ ਦਿਸ ਰਿਹਾ। ਸੋ ਸਮੀਪ ਜੀ, ਤੁਸੀਂ ਇਹ ਦੱਸੋ ਕਿ ਜਦੋਂ ਅਸੀਂ ਕੈਨੇਡਾ ਦੀ ਉਡਾਨਾਂ ਲਈ ਅਭਿਆਨ ਵਿੱਢਿਆ, ਤੇ ਕਿਹੜੀਆਂ ਚੀਜ਼ਾਂ ਦਾ ਅਸੀਂ ਸਾਹਮਣਾ ਕੀਤਾ, ਤੇ ਕਿੱਥੇ ਅਸੀਂ ਪਹੁੰਚ ਕੀਤੀ, ਤੇ ਉੱਥੋਂ ਸਾਨੂੰ ਕੀ ਹੁੰਗਾਰਾ ਮਿਲਿਆ? ਹਾਂਜੀ, ਪਹਿਲਾਂ ਤਾਂ ਮੈਂ ਦੱਸ ਦੇਵਾਂ ਕਿ ਸਾਨੂੰ ਖੁਸ਼ੀ ਹੈ ਕਿ ਜਦੋਂ ਕੋਈ ਆਪਾਂ ਕੋਸ਼ਿਸ਼ ਕਰਦੇ ਹਾਂ, ਸ਼ੁਰੂ ਕਰਦੇ ਹਾਂ, ਮਿਹਨਤ ਕਰਦੇ ਹਾਂ, ਕੋਈ ਨਾ ਕੋਈ ਫਲ ਜ਼ਰੂਰ ਮਿਲਦਾ ਹੈ। ਤੇ ਅੱਜ ਜੋ ਫਲ ਮਿਲਿਆ ਹੈ, ਜਿਹੜੀ ਅਪਡੇਟ ਮੈਂ ਵੱਡੀ ਦੇਣੀ ਚਾਹਾਂਗਾ ਪਿਛਲਾ ਜਿਹੜਾ ਕੰਮ ਦੇਣ ਤੋਂ ਪਹਿਲਾਂ, ਉਹ ਵੱਡੀ ਅਪਡੇਟ ਆਨੰਦ ਜੀ ਇਹ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਵੀ ਪਤਾ ਹੈ ਕਿ ਇਟਲੀ ਤੋਂ ਕੋਵਿਡ ਦੇ ਦੌਰਾਨ ਕਾਫੀ ਫਲਾਈਟਸ ਸ਼ੁਰੂ ਹੋਈਆਂ। ਨੀਓਜ਼ 에ਅਰਲਾਈਨ ਹੈ, ਉਹਨੇ ਚਾਰਟਰ ਫਲਾਈਟਸ ਆਪਰੇਟ ਕੀਤੀਆਂ ਅੰਮ੍ਰਿਤਸਰ ਨੂੰ, ਕੁਝ ਟਰੈਵਲ ਗਰੁੱਪਸ ਇਕੱਠੇ ਹੋਏ ਕਿਉਂਕਿ ਸਾਰੇ ਲੋਕ ਫਸੇ ਸਨ, ਡਿਮਾਂਡ ਜ਼ਿਆਦਾ ਸੀ, ਫਲਾਈਟਸ ਨਹੀਂ ਸੀ ਹੈਗੀਆਂ, ਤੇ ਹੁਣ ਇਸੇ ਤਹਿਤ ਹੀ ਇੱਕ ਏਵੀਏਸ਼ਨ ਗਰੁੱਪ ਨੇ ਜੋ ਕਿ ਜਲੰਧਰ ਬੇਸਡ ਹੈ, ਤੇ ਨੀਓਜ਼ 에ਅਰਲਾਈਨ ਨੇ ਹੁਣ ਅੰਮ੍ਰਿਤਸਰ ਨੂੰ ਵਾਇਆ ਮਿਲਾਨ ਜਿਹੜੀ ਹੈ ਫਲਾਈਟ, ਉਹ ਟੋਰਾਂਟੋ ਲਈ ਹਫ਼ਤੇ 'ਚ ਇੱਕ ਦਿਨ 6 ਅਪ੍ਰੈਲ ਤੋਂ ਸ਼ੁਰੂ ਕਰਨ ਜਾ ਰਹੇ ਨੇ। ਅੰਮ੍ਰਿਤਸਰ ਮਿਲਾਨ, ਮਿਲਾਨ ਟੋਰਾਂਟੋ, ਇਸੇ ਤਰ੍ਹਾਂ ਟੋਰਾਂਟੋ ਤੋਂ ਮਿਲਾਨ, ਫਿਰ ਮਿਲਾਨ 3 ਘੰਟੇ ਸਟਾਪ ਹੋ ਕੇ ਫਿਰ ਅੰਮ੍ਰਿਤਸਰ ਪਹੁੰਚੇਗੀ। ਇਹ ਵੱਡੀ ਅਪਡੇਟ ਹੈ ਕੈਨੇਡਾ ਵਾਲਿਆਂ ਲਈ, ਤੇ ਉਸ ਦੇ ਨਾਲ ਨਿਊਯਾਰਕ ਵਾਲੇ ਵੀ ਜਿਹੜੇ ਨੇ ਵੱਡਾ ਜਹਾਜ਼ ਹੋਏਗਾ, ਤੇ ਇਸੇ ਸਕੇਜੂਲ ਦੇ ਹਿਸਾਬ ਨਾਲ 18:30 ਪੌਣੇ 19 ਘੰਟੇ ਵਿੱਚ 18 ਘੰਟੇ 45 ਮਿੰਟ 'ਚ ਨਿਊਯਾਰਕ ਤੋਂ ਵੀ ਤੁਸੀਂ ਅੰਮ੍ਰਿਤਸਰ ਪਹੁੰਚ ਸਕੋਗੇ, ਟੋਰਾਂਟੋ ਤੇ ਨਿਊਯਾਰਕ ਵਾਲੇ। ਤੇ ਪਰ ਜੇ ਗੱਲ ਕਰੀਏ ਕਿੱਦਾਂ ਪਹੁੰਚੇ ਆ, ਕਦੋਂ ਸ਼ੁਰੂ ਹੋਇਆ, ਆਬਵੀਅਸਲੀ 2017 ਵਿੱਚ ਮੈਨੂੰ ਯਾਦ ਹੈ, ਮੈਂ ਤੇ ਮੇਰੇ ਫਾਦਰ ਡਾਕਟਰ ਚਰਨਜੀਤ ਸਿੰਘ ਗੁਮਟਾਲਾ, ਅਸੀਂ ਦੋਨੋਂ ਜਾਣੇ ਕੈਨੇਡਾ ਗਏ ਪ੍ਰੋਗਰਾਮ ਕਰਨ ਲਈ। 2018 ਦੀ ਗੱਲ ਹੈ ਕਿ 17 ਦੀ, ਤੇ ਉੱਥੇ MP ਰੂਬੀ ਸਹੋਤਾ ਦੇ ਆਫਿਸ ਚਲੇ ਗਏ ਅਸੀਂ ਵਾਪਸ ਆਉਣ ਤੋਂ ਪਹਿਲਾਂ ਅਮਰੀਕਾ। ਤੇ ਕੋਈ ਅਪਾਇੰਟਮੈਂਟ ਨਹੀਂ ਸੀ, ਉਹਨਾਂ ਨੂੰ ਦੱਸਿਆ ਕਿ ਅਸੀਂ ਅਮਰੀਕਾ ਤੋਂ ਆਏ ਹਾਂ, ਤੇ ਇਸ ਤਰ੍ਹਾਂ ਇਹ ਚੀਜ਼ ਸੰਬੰਧੀ ਆਏ। ਉਹ ਬੜੇ ਹੈਰਾਨ ਹੋਏ ਕਿ ਮੇਰੇ ਕੋਲ ਕੈਨੇਡਾ ਦੇ ਤੇ ਟੋਰਾਂਟੋ ਵਾਲੇ ਕੋਈ ਆਏ ਨਹੀਂ ਲੱਗਦਾ ਕਦੀ, ਤੇ ਇਹ ਪਿਓ ਪੁੱਤਰ ਜਾਂ ਕਿੱਦਾਂ ਵੀ ਕਿੱਧਰੋਂ ਆਏ। ਫਿਰ ਮੈਂ ਉਹਨਾਂ ਨੂੰ ਪ੍ਰੈਜੈਂਟੇਸ਼ਨ ਦਿਖਾਈ ਆਪਣੀ। ਸੋ ਉਹਨਾਂ ਨੇ ਫਿਰ ਥੋੜਾ ਜਿਹਾ ਇਹ ਜਿਹੜੀ ਗੱਲ ਸੀ ਸ਼ੁਰੂ ਹੋਈ, ਪਰ ਉਸ ਤੋਂ ਬਾਅਦ ਕੋਈ ਗੱਲ ਸਿਰੇ ਨਹੀਂ ਚੜੀ ਇੰਨੀ, ਪਰ ਹੌਲੀ ਹੌਲੀ ਕੁਝ ਨਾ ਕੁਝ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਪਰ ਵੱਡੀ ਕੋਸ਼ਿਸ਼ ਆਨੰਦ ਜੀ, ਜਦੋਂ ਅਸੀਂ ਕੋਵਿਡ ਦੌਰਾਨ ਹੋਇਆ, ਸਾਰੇ ਲੋਕ ਸਟਕ ਹੋ ਗਏ। ਉਸ ਤੋਂ ਬਾਅਦ ਮੋਹਿਤ ਤੰਜੂ, ਇੱਕ ਸਾਡਾ ਜਿਹੜਾ ਨੌਜਵਾਨ ਹੈ ਸਰੀ ਤੋਂ, ਉਹ ਨਾਲ ਜੁੜਿਆ। ਕਹਿੰਦੇ ਨਾ 1 ਤੇ 11 ਹੋ ਜਾਂਦੇ, ਆਪਾਂ ਦੋਵੇਂ ਸੀ, ਹੁਣ ਤੀਜਾ ਇੱਕ ਹੋ ਗਿਆ, ਉਹ ਫਿਰ 111 ਹੋ ਜਾਂਦੇ ਨੇ। ਤੇ ਉਹ ਗੱਲ ਹੋਈ, ਫਿਰ ਆਪਾਂ ਡਿਸਕਸ਼ਨਸ ਕੀਤੀਆਂ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿੱਦਾਂ ਪਹੁੰਚੇ ਆਪਾਂ, ਪਰ ਉਹ ਡਿਸਕਸ਼ਨਸ ਵਿੱਚ ਫਿਰ ਇੱਕ ਚੀਜ਼ ਨਿਕਲ ਕੇ ਆਈ ਕਿ ਜੇ ਕੈਨੇਡੀਅਨ ਸਰਕਾਰ, ਇੱਥੇ ਕਹਿੰਦੇ ਨੇ ਕਿ ਪ੍ਰਾਈਵੇਟ 에ਅਰਲਾਈਨਸ ਤੇ ਇੰਟਰਫੇਅਰ ਨਹੀਂ ਕਰ ਸਕਦੀ, ਪਰ ਐਨਕਰੇਜ ਕਰ ਸਕਦੀ ਹੈ। ਬਿਲਕੁਲ ਜੀ। ਸੋ ਉਹਦੇ ਤਹਿਤ ਫਿਰ ਇੱਕ ਚੀਜ਼ ਸਾਨੂੰ ਮਿਲੀ, ਉਹ ਸੀ ਕਿ ਪਟੀਸ਼ਨ ਜਿਹੜੀ ਹੈ ਤੁਸੀਂ ਕੈਨੇਡਾ ਦੀ ਗਵਰਨਮੈਂਟ ਨੂੰ ਕਰ ਸਕਦਾ ਵਾ, ਕੋਈ ਵੀ ਕਨਸਟੀਟੂਐਂਟ ਆਪਣੇ MP ਨੂੰ ਇੱਕ ਪਟੀਸ਼ਨ ਦਵੇ, ਘੱਟੋ ਘੱਟ 25 ਸਿਗਨੇਚਰ ਹੋਣੇ ਚਾਹੀਦੇ ਨੇ। ਪਰ ਸਾਡੀ ਜਿਹੜੀ ਕਹਿ ਲਓ ਪੋਪੂਲੇਸ਼ਨ ਕਹਿ ਲਓ ਜਾਂ ਡਾਇਸਪੋਰਾ ਜਿਹੜਾ ਵਾ ਕੈਨੇਡਾ ਵਿੱਚ, ਜਿਹੜੇ ਕਿ ਨਾਗਰਿਕ ਹਨ, ਉਹ ਤੇ ਵੱਡੀ ਗਿਣਤੀ ਵਿੱਚ ਨੇ PR।
ਸੋ ਅਸੀਂ ਇੱਕ ਟਾਰਗੇਟ ਰੱਖਿਆ, ਉਹਦੇ ਵਿੱਚ ਕੁਝ ਐਮਪੀਜ਼ ਨੂੰ ਲੈਟਰਸ ਵੀ ਲਿਖੀਆਂ, ਪਹਿਲਾਂ ਵੀ ਲਿਖਦੇ ਸੀ ਪਰ ਪੰਜਾਬੀ ਐਮਪੀਜ਼ ਤੋਂ ਕੁਝ ਨਮੋਸ਼ੀ ਹੋਈ ਕਿ ਜਵਾਬ ਨਹੀਂ ਸੀ ਆਉਂਦੇ। ਬਿਲਕੁਲ ਜੀ। ਤੇ ਬਾਕੀ ਫਿਰ ਐਮਪੀ ਬ੍ਰੈਡਵਿਸ ਨੇ ਐਬਟਸਫੋਰਡ ਤੋਂ ਕਿਹੜੀ ਜਗ੍ਹਾ ਨਾਲ ਉਹਦੇ, ਤੇ ਉੱਥੋਂ ਫਰੇਜ਼ਰ ਕੈਨੀਅਨ, ਆਈ ਥਿੰਕ, ਜੇ ਮੈਂ ਗਲਤ ਨਾ ਹੋਵਾਂ ਤੇ ਮਿਸ਼ਨ ਮਤਸਕੂਈ ਫਰੇਜ਼ਰ ਕੈਨੀਅਨ ਕਨਸਟੀਚੁਐਂਸੀ ਹੈ ਜੀ ਐਬਟਸਫੋਰਡ ਦੇ ਕੋਲ। ਉੱਥੋਂ ਦੇ ਕੰਜ਼ਰਵੇਟਿਵ ਪਾਰਟੀ ਤੋਂ ਐਮਪੀ ਨੇ ਬ੍ਰੈਡਵਿਸ। ਇਹਦੇ ਵਿੱਚ ਪਹਿਲਾਂ ਇਹ ਵੀ ਦੱਸਣਾ ਚਾਹਾਂਗੇ ਕਿ ਐਮਪੀ ਰੂਬੀ ਸਹੋਤਾ ਨੇ ਵੀ ਚੰਗਾ ਰੋਲ ਅਦਾ ਕੀਤਾ ਸੀ 2018-19 ਸਾਡੀ ਮਦਦ ਕਰਨ ਲਈ, ਆਪਣੇ ਕੁਝ ਐਫਰਟ ਵੱਡੇ ਸਨ। ਫਿਰ ਕੋਵਿਡ ਆ ਗਿਆ, ਪਰ ਉਦੋਂ ਤੋਂ ਬਾਅਦ ਜਦੋਂ ਅਸੀਂ ਚਿੱਠੀਆਂ ਲਿਖੀਆਂ, ਉਹਦੇ ਵਿੱਚ ਕੋਈ ਉਹਨਾਂ ਦੀ ਲਿਬਰਲ ਪਾਰਟੀ ਦੇ ਐਮਪੀਆਂ ਨੇ ਕੋਈ ਭਰਵਾਂ ਹੁੰਗਾਰਾ ਜਾਂ ਕੋਈ ਚੰਗੀ ਸਪੋਰਟ ਸਾਨੂੰ ਵੇਖਣ ਨੂੰ ਨਹੀਂ ਮਿਲੀ। ਜਦੋਂ ਕਿ ਕੋਵਿਡ ਦੇ ਟਾਈਮ ਤੇ ਬਹੁਤ ਸਾਰੇ ਲੋਕ ਫਸੇ ਸਨ, ਉਦੋਂ ਵੀ ਉਹਨਾਂ ਨੇ ਸਪੋਰਟ ਇੰਨੀ ਨਹੀਂ ਕੀਤੀ। ਕੁਝ ਗੱਲਾਂ ਕੀਤੀਆਂ ਜਾਂ ਕੁਝ ਸਪੋਰਟ ਉਹਨਾਂ ਨੇ ਦਿੱਤੀ। ਪਰ ਦਸੰਬਰ 2020 ਦੇ ਵਿੱਚ 2021 ਮਾਫ ਕਰਨਾ ਦਸੰਬਰ 2021 ਦੇ ਵਿੱਚ ਅਸੀਂ ਐਮਪੀ ਬ੍ਰੈਡਵਿਸ ਨਾਲ ਜੁੜੇ, ਤੇ ਤੁਸੀਂ ਅੱਗੇ ਇਸ ਤੇ ਚਾਨਣਾ ਪਾਓ ਕਿ ਫਿਰ ਕਿੱਦਾਂ ਗੱਲ ਬਣੀ। ਹਾਂਜੀ, ਉਦੋਂ ਉਸ ਤੋਂ ਪਹਿਲਾਂ ਅਸੀਂ ਐਮਪੀ ਉਧਰੋਂ ਨੇ, ਸਰੀ ਤੋਂ ਵੀ ਨੇ ਤੇ ਇਧਰੋਂ ਵੀ ਇਹਨਾਂ ਨੂੰ ਮੈਸੇਜ ਕੀਤੇ, ਕਿਉਂਕਿ ਉਸ ਸਮੇਂ 400 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਵੀ ਗੁਰਪੁਰਬ ਜਿਹੜਾ ਸੀ ਉਹ ਆ ਰਿਹਾ ਸੀ, ਤੇ ਕਾਫੀ ਪ੍ਰੋਜੈਕਟਸ ਜਿਹੜੇ ਪੰਜਾਬ ਨੂੰ ਦਿੱਤੇ ਜਾ ਰਹੇ ਸਨ, ਜਾਂ ਅਸੀਂ ਕਹਿ ਲਓ। ਪਰ ਅਸੀਂ ਚਾਹੁੰਦੇ ਸੀ 에ਅਰ ਇੰਡੀਆ ਗਵਰਨਮੈਂਟ 에ਅਰਲਾਈਨ ਹੈ, ਟੈਕਸ ਪੇਅਰ ਤੇ ਹੈ, ਤੇ ਜ਼ਰੂਰ ਸਰਕਾਰ ਜਿਹੜੀ ਹੈ ਗੱਲ ਸੁਣੇਗੀ। ਪਰ ਕੋਈ ਇਧਰੋਂ ਵੀ ਜਵਾਬ ਜਿਹੜਾ ਸੀਗਾ ਨਹੀਂ ਆਇਆ। ਤੇ ਜਿਸ ਤਰ੍ਹਾਂ ਦੱਸਿਆ ਕਿ ਦਸੰਬਰ 2021 ਵਿੱਚ ਫਿਰ ਐਮਪੀ ਬ੍ਰੈਡਵਿਸ ਨਾਲ ਸਾਡੀ ਇੱਕ ਮੀਟਿੰਗ ਹੋਈ, ਤੇ ਉਹਦੇ ਵਿੱਚ ਮੈਂ ਕਹਾਂਗਾ ਕਿ ਇਸ ਇਸ਼ੂ ਨੂੰ ਜਿਹੜਾ ਉਜਾਗਰ ਕੀਤਾ ਗਿਆ ਸਭ ਤੋਂ ਪਹਿਲਾਂ, ਉਹ ਮੈਨੂੰ ਯਾਦ ਹੈ ਰੈਡ ਐਫਐਮ ਤੇ ਹਰਜਿੰਦਰ ਥਿੰਦ ਸ਼ੋਅ ਸੀ, ਤੇ ਉਹਦੇ ਵਿੱਚ ਐਮਪੀ ਸਰਾਏ ਵੀ ਆਏ ਸੀ। ਤੇ ਉਦੋਂ ਫਿਰ ਇਹ ਗੱਲ ਜਿਹੜੀ ਸੀ ਉਹ ਕਾਫੀ ਲੋਕਾਂ ਨੇ ਫਿਰ ਇਹ ਜਿਹੜਾ ਹੈ ਦੇਖਿਆ ਕਿ ਇਸ ਜਿਹੜੀ ਚੀਜ਼ ਹੈ ਇਹ ਕੰਟੀਨਿਊ ਰਹਿਣੀ ਚਾਹੀਦੀ। ਖਾਸ ਕਰਕੇ ਮੋਹਿਤ ਦਾ ਜਿਹੜਾ ਆਪਣਾ ਪਰਿਵਾਰ ਫਸਿਆ ਸੀ, ਤੇ ਉਹਨੇ ਕਿਹਾ ਕਿ ਮੈਂ ਹੁਣ ਬੈਠਣਾ ਨਹੀਂ ਹੈ। ਤੇ ਫਿਰ ਐਮਪੀ ਵਿਜ਼ ਨੇ ਸਾਨੂੰ ਕਿਹਾ ਕਿ ਉਹ ਸਾਡੀ ਪਟੀਸ਼ਨ ਨੂੰ ਜ਼ਰੂਰ ਸਪਾਂਸਰ ਕਰਨਗੇ, ਤੇ ਸਾਨੂੰ ਵੱਧ ਤੋਂ ਵੱਧ ਸਿਗਨੇਚਰ ਚਾਹੀਦੇ ਨੇ। ਤੇ ਇਹ ਫਿਰ ਜਨਵਰੀ 2022 ਵਿੱਚ ਅਸੀਂ ਇੱਕ ਪਟੀਸ਼ਨ ਤਿਆਰ ਕੀਤੀ, ਤੇ ਪਟੀਸ਼ਨ ਅਸੀਂ ਜਾਣਦੇ ਸੀ ਕਿ ਸਰਕਾਰ ਆਰਡਰ ਨਹੀਂ ਕਰ ਸਕਦੀ 에ਅਰਲਾਈਨਸ ਨੂੰ, ਪਰ ਲੋਕਾਂ ਨੂੰ ਅਸੀਂ ਕਈ ਲਾਮਬੰਦ ਕਰਨ ਲਈ, ਇਕੱਠੇ ਕਰਨ ਲਈ, ਇਹ ਸਭ ਤੋਂ ਪਹਿਲਾ ਜਿਹੜਾ ਸਾਡਾ ਸੀਗਾ, ਅਸੀਂ ਚਾਹੁੰਦੇ ਸੀ ਲੋਕੀ ਉਜਾਗਰ ਹੋਣ, ਲੋਕਾਂ ਨੂੰ ਪਤਾ ਲੱਗੇ ਕਿ ਇਹ ਕਮਿਊਨਿਟੀ ਦਾ ਬਹੁਤ ਵੱਡਾ ਇਸ਼ੂ ਹੈ। ਤੇ ਬਹੁਤ ਮੈਂ ਕਹਾਂਗਾ ਕਿ ਅਸੀਂ 30 ਦਿਨ ਰੱਖੇ, ਕਈ ਕਹਿ ਰਹੇ ਸੀ 3 ਮਹੀਨੇ ਰੱਖਦੇ, ਅਸੀਂ ਲੱਖਾਂ ਸਿਗਨੇਚਰ ਲੈ ਆਉਣੇ ਸੀ, ਪਰ ਅਸੀਂ ਫਿਰ 30 ਦਿਨ ਰੱਖੇ। ਤੇ ਮੈਂ ਕਹਾਂਗਾ ਮੀਡੀਆ ਦਾ, ਮੈਂ ਠੀਕ ਹੈ ਅਸੀਂ ਗੱਲ ਕੀਤੀ ਹੈ ਤਿੰਨ ਸਾਹਿਬ, ਉਸ ਤੋਂ ਬਾਅਦ ਜਦੋਂ ਪਟੀਸ਼ਨ ਓਪਨ ਹੋਈ ਹੈ ਰੈਡ ਐਫਐਮ ਤੇ ਹੋਰ ਵੀ ਕਈ ਚੈਨਲ ਸਾਰੇ, ਭਾਵੇਂ ਉਹ ਪ੍ਰਿੰਟ ਮੀਡੀਆ ਹੋ ਗਿਆ, ਭਾਵੇਂ ਰੇਡੀਓ ਹੋ ਗਿਆ, ਭਾਵੇਂ ਆਵਾਜ਼ ਦੀ ਦੁਨੀਆ ਦਾ ਡਿਫਰੈਂਟ ਮੀਡੀਆ ਹੋ ਗਿਆ, ਟੀਵੀ ਮੀਡੀਆ ਹੋ ਗਿਆ, ਬਹੁਤ ਹੀ ਸਾਥ ਮਿਲਿਆ। ਕੋਈ ਚੀਜ਼ ਅਸੀਂ ਉਦਮ ਕਰਦੇ ਹਾਂ, ਤੇ ਅੱਜ ਕੱਲ ਕਿਹਾ ਜਾਂਦਾ ਹੈ ਕਿ ਪੈਸੇ ਤੋਂ ਬਿਨਾਂ ਕੰਮ ਨਹੀਂ ਹੁੰਦੀ, ਪਰ ਫਿਰ ਵੀ ਬਹੁਤ ਹੀ ਪਿਆਰ ਮਿਲਿਆ ਬਜ਼ੁਰਗਾਂ ਦਾ। ਤੁਹਾਨੂੰ ਪਤਾ ਹੈ ਆਨੰਦ ਜੀ, ਤੁਹਾਨੂੰ ਕਿੰਨੇ ਫੋਨ ਆਉਂਦੇ ਨੇ, ਬਜ਼ੁਰਗਾਂ ਵਿੱਚ ਇੱਕ ਉਮੀਦ ਜਾਗੀ। ਸਮਾਂ ਜ਼ਿਆਦਾ ਲੈ ਰਹੇ ਆ, ਪਰ ਬਹੁਤ ਹੀ ਇਮੋਸ਼ਨਲ ਜਿਹੜਾ ਟਾਈਮ ਸੀ ਉਹ ਵਾਲਾ, ਮੇਰੇ ਲਈ ਵੀ, ਮੋਹਿਤ ਲਈ ਵੀ, ਤੇ ਅਨੰਤ ਲਈ ਵੀ, ਤੁਹਾਡੇ ਲਈ ਵੀ, ਸਾਰਿਆਂ ਲਈ। ਕਿ ਇੰਨੇ ਬਜ਼ੁਰਗਾਂ ਦੀਆਂ ਕਾਲਾਂ ਆਈਆਂ ਕਿ ਪੁੱਤਰ ਅਸੀਂ ਜਾਣੇ ਆ, ਸਾਨੂੰ ਇੰਨੇ ਘੰਟੇ ਲੱਗ ਜਾਂਦੇ ਆ, ਜਾਣਾ ਅਸੀਂ ਚਾਹੁੰਦੇ ਆ। ਸੋ ਇਹ ਜਿਹੜੀ ਚੀਜ਼ ਸੀ, 20,000 ਤਕਰੀਬਨ 19-20,000 ਸਾਈਨ ਹੋਏ। ਐਮਪੀ ਵਿਜ਼ ਨੇ ਫਿਰ ਅਪ੍ਰੈਲ ਵਿੱਚ ਇਹ ਪਟੀਸ਼ਨ ਜਿਹੜੀ ਹੈ ਮਾਰਚ ਕੀ ਅਪ੍ਰੈਲ ਚ ਰੱਖੀ ਕਿ ਗਵਰਨਮੈਂਟ ਆਫ ਕੈਨੇਡਾ ਐਨਕਰੇਜ ਕਰੇ 에ਅਰਲਾਈਨਸ ਨੂੰ, ਆਪ ਵੀ ਗੱਲ ਕਰੇ, ਤੇ ਜਿੱਥੇ ਜਿੱਥੇ ਉਹ ਸਪੋਰਟ ਕਰ ਸਕਦੀ ਹੈ, ਜੇ ਕੋਈ ਸਬਸਿਡੀਜ਼ ਜਾਂ ਕਿੱਦਾਂ ਵੀ ਹੈ, ਤੇ ਉਹ ਜ਼ਰੂਰ ਕਰੇ। ਬਿਲਕੁਲ ਜੀ। ਤੇ ਫਿਰ ਬਹੁਤ ਮਤਲਬ ਸਾਲਾਂ ਦੀ ਜੋ ਮੰਗ ਹੈ, ਅੱਗੇ ਵੀ ਹੋਰ ਐਮਪੀ ਸਾਹਿਬਾਨ ਨੇ ਵੀ ਕਦੀ ਇੱਕਾ ਦੁੱਕਾ ਵਾਰ ਬਹੁਤ ਸਾਲਾਂ ਤੋਂ ਕਦੀ ਮਸਲਾ ਉਠਾਇਆ, ਪਰ ਇੰਨੀ ਲਾਮਬੰਦੀ ਪਹਿਲੀ ਵਾਰ ਹੋਈ, ਜਿਹਦੇ ਵਿੱਚ ਇੱਕ ਪਟੀਸ਼ਨ ਤੇ 20,000 ਸਿਗਨੇਚਰ ਹੋਣਾ ਇੱਕ ਵੱਡੀ ਗੱਲ ਸਮਝੀ ਜਾਂਦੀ ਹੈ। ਔਰ ਫਿਰ ਲਿਬਰਲ ਪਾਰਟੀ ਤੱਕ, ਜੋ ਸਰਕਾਰ ਵਿੱਚ ਸੀ, ਉਹਦੇ ਤੱਕ ਪਹਿਲਾਂ ਹੀ ਪਹੁੰਚ ਕੀਤੀ ਸੀ। ਆਪੋਜੀਸ਼ਨ ਦੀ ਪਾਰਟੀ, ਕੰਜ਼ਰਵੇਟਿਵ ਪਾਰਟੀ ਜੋ ਵੱਡੀ ਪਾਰਟੀ ਹੈ, ਉਹ ਵੀ ਇਸ ਮੁੱਦੇ ਨਾਲ ਜੁੜ ਗਈ, ਤੇ ਉਹਨਾਂ ਨੇ ਕੈਨੇਡਾ ਦੇ ਹਵਾਬਾਜ਼ੀ ਮੰਤਰੀ ਉਮਰ ਅਲ ਗਬਰਾ ਤੱਕ ਇਹ ਸਵਾਲੀਆ ਜੋ ਹੈ ਸਵਾਲ ਪਹੁੰਚਾਇਆ, ਤੇ ਉਮਰ ਅਲ ਗਬਰਾ ਨੂੰ ਜਵਾਬ ਦੇਣਾ ਪਿਆ ਫਲੋਰ ਆਫ ਦਾ ਹਾਊਸ ਤੇ ਕਿ ਉਹ ਫਲਾਈਟ ਬਾਬਤ ਕੀ ਕਰ ਰਹੇ ਹਨ। ਸੋ ਉਸ ਸਮੇਂ ਦੇ ਦੌਰਾਨ ਹੀ ਭਾਰਤ ਦੇ ਹਵਾਬਾਜ਼ੀ ਮੰਤਰੀ ਵੀ ਕੈਨੇਡਾ ਦੀ ਯਾਤਰਾ ਤੇ ਸਨ, ਤੇ ਕਾਫੀ ਸਮੇਂ ਤੋਂ ਕੈਨੇਡਾ ਦੀਆਂ ਭਾਰਤ ਨਾਲ
ਹਵਾਈ ਸਮਝੌਤੇ ਨੂੰ ਵਿਸਥਾਰ ਕਰਨ ਦੀ ਨੈਗੋਸੀਏਸ਼ਨ ਚੱਲ ਰਹੀਆਂ ਸਨ। ਉਸ ਦੇ ਵਿੱਚ ਅੰਮ੍ਰਿਤਸਰ ਬਾਰੇ, ਉਡਾਨਾਂ ਬਾਰੇ ਜ਼ਰੂਰ ਗੱਲਬਾਤ ਹੋਈ। ਤੇ ਅੱਗੇ ਸਮੀਪ ਜੀ ਇਹ ਦੱਸਣਗੇ ਕਿ ਉਸ ਵਿੱਚ ਕੋਈ ਹਾਂ ਪੱਖੀ ਹੁੰਗਾਰਾ ਤੇ ਨਹੀਂ ਮਿਲਿਆ, ਪਰ ਉਹਦਾ ਅੱਗੇ ਫਾਇਦਾ ਕੀ ਹੋਇਆ? ਹਾਂਜੀ, ਉਹਦਾ ਫਾਇਦਾ ਇਹ ਹੋਇਆ ਜੀ ਕਿ MP ਉਮਰ ਅਲਗੈਬਰਾ ਜਦੋਂ ਵੀ ਮੀਡੀਆ ਕੋ ਜਾਣ, ਪੰਜਾਬੀ ਮੀਡੀਆ ਨੇ ਸਵਾਲ ਪੁੱਛੇ ਉਹਨਾਂ ਨੂੰ, ਤੇ ਮੈਂ ਦੱਸਾਂਗਾ ਕਿ ਜੋ ਕੁਝ ਮੀਡੀਆ 'ਚ ਤੇ ਆ ਰਿਹਾ ਸੀ ਠੀਕ ਹੈ, ਪਰ ਉਸ ਤੋਂ ਬੈਕਗਰਾਉਂਡ 'ਚ ਬਹੁਤ ਕੁਝ ਹੋਰ ਵੀ ਸੀ। ਜ਼ਰੂਰੀ ਸਾਡੇ ਸੋਸ਼ਲ ਮੀਡੀਆ ਤੇ ਵੀ ਕਾਫੀ ਲੋਕ ਦੇਖਦੇ ਨੇ, ਪਰ ਹਰ ਚੀਜ਼ ਅਸੀਂ ਜਿਹੜੀ ਹੈ ਉਹ ਪਬਲਿਕ ਨਹੀਂ ਕਰ ਸਕਦੇ। ਤੇ ਉਹਦੇ ਵਿੱਚ ਮੈਂ ਦੱਸ ਦੇਵਾਂ, ਮੈਂ ਖੁਦ ਵੀ ਜਿਹੜੇ ਮੰਤਰੀ ਨੇ ਅਲਗੈਬਰਾ ਜੀ, ਉਹਨਾਂ ਨੂੰ ਮਿਲਿਆ ਸੀ ਮੈਂ, ਬਿਲਕੁਲ। ਤੇ ਕਾਫੀ ਲੋਕ ਨਹੀਂ ਜਾਣਦੇ, ਪਰ ਉਹਨਾਂ ਨੂੰ ਸਾਰਾ ਫਿਰ ਮਿਲ ਕੇ ਇਹ ਜਿਹੜੀ ਚੀਜ਼ ਸੀ, ਸਮੱਸਿਆ ਸਮਝਾਈ ਗਈ ਕਿ ਇਹ ਪ੍ਰੋਬਲਮ ਹੈ ਸਾਡੀ ਕਮਿਊਨਿਟੀ ਨੂੰ, ਇਹ ਦੇਖੋ ਇੰਨੇ ਨੇ ਲੋਕ ਜਾ ਰਹੇ ਨੇ ਤੇ ਕਿਸ ਤਰ੍ਹਾਂ ਹਵਾਈ ਸਮਝੌਤੇ ਆਪਣਾ ਪਾਰਟ ਪਲੇ ਕਰਦੇ ਨੇ। ਸੋ ਇਹ ਚੀਜ਼ ਜਿਹੜੀ ਸੀਗੀ ਉਹ ਵੀ ਕੀਤੀ ਗਈ। ਹੋਰ ਵੀ ਮੀਟਿੰਗਸ ਹੋਈਆਂ, ਫਿਰ 에ਅਰ ਕੈਨੇਡਾ ਦੇ ਨਾਲ ਮੀਟਿੰਗ ਹੋਈ ਜਦੋਂ ਮੰਤਰੀ ਅਲਗੈਬਰਾ ਜੀ ਨੇ ਗੱਲ ਟੇਕਅਪ ਕੀਤੀ ਮੰਤਰੀ ਸਿੰਧੀਆ ਜੀ ਨਾਲ ਨੈਸ਼ਨਲ ਇੰਟਰਨੈਸ਼ਨਲ ਲੈਵਲ ਟਾਕ ਤੇ। ਸੋ ਉਹਦੇ 'ਚ ਅੰਮ੍ਰਿਤਸਰ ਆਇਆ, ਤੇ ਪਰ ਪਿਛਲੇ ਸਾਲ 에ਅਰ ਇੰਡੀਆ ਪ੍ਰਾਈਵੇਟ ਹੋ ਚੁੱਕੀ ਸੀ ਤੇ ਅਸੀਂ ਜਾਣਦੇ ਹਾਂ, ਪਰ ਉਹਨਾਂ ਨੇ ਕਿਹਾ ਕਿ 에ਅਰ ਇੰਡੀਆ ਨਾਲ ਵੀ ਗੱਲ ਕਰਾਂਗੇ। ਤੇ ਫਿਰ ਹੌਲੀ ਹੌਲੀ ਇਹ ਗੱਲ ਜਿਹੜੀ ਸੀਗੀ ਸਰਕਾਰਾਂ ਤੱਕ ਪਹੁੰਚੀ, ਲੋਕ ਵੀ ਉਜਾਗਰ ਹੋਏ ਨੇ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਲੋਕ ਸਾਨੂੰ ਹਾਲੇ ਵੀ ਕਹਿੰਦੇ ਨੇ ਕਿ ਤੁਸੀਂ MPs ਤੱਕ ਗਏ ਜੇ, ਉਹਨਾਂ ਤੱਕ ਜਾਣ ਦਾ ਕੀ ਫਾਇਦਾ। ਕਈਆਂ ਨੇ ਕਿਹਾ ਕਿ ਡਾਇਰੈਕਟ 에ਅਰਲਾਈਨ ਨਾਲ ਗੱਲ ਕਿਉਂ ਨਹੀਂ ਕਰਦੇ। 에ਅਰਲਾਈਨ ਨਾਲ ਵੀ ਗੱਲ ਕਰ ਰਹੇ ਸੀ, ਅਸੀਂ ਸਾਰਿਆਂ ਨਾਲ ਗੱਲ ਕਰ ਰਹੇ ਸੀ, ਪਰ ਜੇ ਲੋਕਾਂ ਵੱਲੋਂ ਵੀ ਡਿਮਾਂਡ ਪਹੁੰਚੇ, ਚਿੱਠੀਆਂ ਪਹੁੰਚਣ, ਤੇ 에ਅਰਲਾਈਨ ਜ਼ਰੂਰ ਦੇਖਦੀ ਹੈ। ਮਾਫ ਕਰਨਾ। ਸੋ ਸਮੀਪ ਜੀ ਵਿੱਚ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਤੇ ਤੁਸੀਂ ਆਪਣੀ ਗੱਲ ਕੰਪਲੀਟ ਕਰੋਗੇ ਤੇ ਨਾਲ ਹੀ ਇਹ ਐਡ ਕਰਿਓ ਬਾਅਦ ਵਿੱਚ ਕਿ ਨਿਓਸ 에ਅਰਲਾਈਨ ਇਸ ਸਿਨੈਰੀਓ ਦੇ ਵਿੱਚ ਫਿਰ ਕਿੱਦਾਂ ਆ ਗਈ, ਤੇ ਫਲਾਈ ਅੰਮ੍ਰਿਤਸਰ ਅਭਿਆਨ ਜਾਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਕੀ ਰੋਲ ਪਲੇ ਕਰ ਸਕਿਆ ਫਿਰ? ਹਾਂਜੀ, ਜਦੋਂ ਮੈਂ ਸ਼ੁਰੂ ਕੀਤੀ ਸੀ 2017 ਵਿੱਚ, ਤੇ 에ਅਰਲਾਈਨਸ ਤੱਕ ਤੇ ਕੰਟੈਕਟ ਕੀਤਾ, ਪਰ ਇੱਕ ਫੀਡਬੈਕ ਬਹੁਤ ਆਇਆ 에ਅਰਲਾਈਨਸ ਵੱਲੋਂ ਕਿ ਇਹ ਜਿਹੜੀ ਪੰਜਾਬ ਦੀ ਮਾਰਕੀਟ ਹੈ ਨਾ, ਭਾਵੇਂ ਅਮਰੀਕਾ ਹੋ ਜਾਏ, ਕੈਨੇਡਾ ਹੋ ਜਾਏ, ਕਿਤੇ ਹੋ ਜਾਏ, ਜਾਂ ਗੋਵੀ ਹੈ, ਉਹ ਕਾਫੀ ਟਰੈਵਲ ਏਜੰਟ ਤੇ ਵੀ ਬੜਾ ਡਿਪੈਂਡ ਕਰਦੀ ਹੈ। ਰਾਈਟ। ਜਿਹੜਾ ਕੋਈ ਕਸਟਮਰ ਹੈ ਉਹ ਟਿਕਟ ਲੈਣ ਜਾਂਦਾ, ਉਹਨੂੰ ਨਹੀਂ ਪਤਾ ਟਿਕਟ ਕਿੰਨੇ ਦੀ ਹੈ, ਕੁਝ ਆਈਡੀਆ ਹੁੰਦਾ, ਪਰ ਇਹ ਨਹੀਂ ਪਤਾ ਦਿੱਲੀੋਂ ਸਸਤੀ, ਅਮਰੀਕਾ ਅੰਮ੍ਰਿਤ ਸਸਤੀ ਆ। ਪਤਾ ਲੱਗਾ ਕਿ ਵੱਡੇ ਵੱਡੇ ਗਰੁੱਪ ਜਿਹੜੇ ਨੇ ਉਹ ਟਿਕਟਾਂ ਚੁੱਕਦੇ ਨੇ ਪਹਿਲਾਂ ਹੀ 3-3 ਮਹੀਨੇ ਦੀਆਂ 에ਅਰਲਾਈਨਸ ਕੋਲੋਂ, ਬਿਲਕੁਲ, ਤਾਂ ਜੋ ਜੇ ਟਿਕਟ ਉਹਨਾਂ ਨੂੰ ਪਤਾ ਵਾ ਕੱਲ ਨੂੰ ਲੱਖ ਰੁਪਏ ਦੀ ਵਿਕ ਸਕਦੀ ਹੈ, ਤੇ ਅੱਜ ਹੀ ਜੇ ਮੈਂ 에ਅਰਲਾਈਨ ਕੋ ਟਿਕਟ ਖਰੀਦ ਲਾਂ 50,000 ਦੀ, ਤੇ ਜੇ ਉਦੋਂ ਡਿਮਾਂਡ ਵੱਧ ਜਾਏਗੀ। ਸੋ ਇਹ ਚੀਜ਼ਾਂ ਟੈਕਨੀਕਲ ਸਮਝ ਆਈਆਂ। ਖੈਰ, ਤੇ ਇਸੇ ਤਹਿਤ ਹੀ ਪਤਾ ਲੱਗਾ ਜਦੋਂ ਕੋਵਿਡ ਦੇ ਦੌਰਾਨ ਬਹੁਤ ਫਲਾਈਟਸ ਜਿਹੜੀਆਂ ਸਨ ਮਿਲਾਨ ਜਾ ਰਹੀਆਂ ਸਨ, ਚਾਰਟਰ ਫਲਾਈਟਸ ਕਹਿ ਲਓ, ਵਿਸ਼ੇਸ਼ ਉਡਾਨਾਂ ਜਿਹੜੀਆਂ ਵੰਦੇ ਭਾਰਤ ਦੇ ਤਹਿਤ ਅੰਮ੍ਰਿਤਸਰ ਰੋਮ ਫਲਾਈਟ ਗਈ 에ਅਰ ਇੰਡੀਆ ਦੀ ਕੁਝ ਦੇਰ, ਪਰ ਨਾਲ ਦੀ ਨਾਲ ਸਪਾਈਸ ਜੈਟ ਵੱਲੋਂ ਅੰਮ੍ਰਿਤਸਰ ਦੇ ਮਿਲਾਨ ਬਰਗਾਮੋ ਤੇ ਅੰਮ੍ਰਿਤਸਰ ਤੋਂ ਰੋਮ, ਤੇ ਨਿਓਜ਼ 에ਅਰਲਾਈਨ ਵੀ ਉਧਰ ਵਾਲੇ ਪਾਸਿਓਂ ਮਿਲਾਨ ਤੋਂ ਅੰਮ੍ਰਿਤਸਰ ਤੇ ਰੋਮ ਤੋਂ ਅੰਮ੍ਰਿਤਸਰ ਫਲਾਈਟ ਸ਼ੁਰੂ ਕੀਤੀਆਂ। ਬਿਲਕੁਲ। ਸੋ ਇੱਕ ਗਰੁੱਪ ਸੀਗਾ ਬਿਪਾਸ਼ਾ ਐਵੀਏਸ਼ਨ, ਜੋ ਕਿ ਜਲੰਧਰ ਬੇਸਡ ਹਨ, ਭਰਤ ਕਈ ਜੀ, ਬਿਲਕੁਲ, ਉਹਨਾਂ ਨਾਲ ਵੀ ਰਾਬਤਾ ਹੋਇਆ, ਤੇ ਉਹਨਾਂ ਨਾਲ ਫਿਰ ਗੱਲਬਾਤ ਹੋਈ। ਉਹਨਾਂ ਨੇ ਕਾਫੀ ਕੋਸ਼ਿਸ਼ਾਂ ਕਰ ਕਰਕੇ ਸਪਾਈਸ ਜੈਟ ਨਾਲ ਵੀ ਜਦੋਂ ਗੱਲ ਕੀਤੀ, ਤੇ ਉਹਨਾਂ ਵੱਲੋਂ ਫਿਰ ਇਹ ਜਿਹੜਾ ਸੀਗਾ ਨਿਓਜ਼ 에ਅਰਲਾਈਨ ਦੀ ਰੈਗੂਲਰ ਸ਼ਡਿਊਲ ਫਲਾਈਟ, ਤੇ ਸਪਾਈਸ ਜੈਟ ਦੀ ਵੀ। ਮੈਂ ਤੇ ਦੱਸ ਦਵਾਂ ਕਿ ਕੋਈ 에ਅਰਲਾਈਨਸ ਜਿਹੜੀਆਂ, ਕਈ 에ਅਰਲਾਈਨਸ ਆਪਣਾ ਇੱਕ ਉਹਨੂੰ ਕਹਿੰਦੇ GSA, ਜਰਨਲ ਸੇਲਸ ਏਜੰਟ, ਮੇਨ ਪ੍ਰਤੀਨਿਧ, ਟਰੈਵਲ ਏਜੰਟ ਬਾਕੀ ਵੀ ਵੇਚ ਸਕਦੇ ਨੇ ਟਿਕਟਾਂ, ਇਹ ਨਹੀਂ ਹੈ, ਪਰ ਇੱਕ ਮੇਨ ਤੁਹਾਡਾ ਪ੍ਰਤੀਨਿਧ ਉਸ ਕੰਟਰੀ 'ਚ ਉਹ ਸਿਲੈਕਟ ਕਰਦੇ ਨੇ। ਤੇ ਭਰਤ ਐਵੀਏਸ਼ਨ, ਬਿਪਾਸ਼ਾ ਐਵੀਏਸ਼ਨ, ਜੋ ਕਿ ਕਈ ਟਰੈਵਲ ਦੇ ਨਾਲ ਵੀ ਜਾਣੇ ਜਾਂਦੇ ਨੇ, ਉਹਨਾਂ ਦਾ ਗਰੁੱਪ ਹੋਰ ਵੀ ਹੈ, ਉਹਨਾਂ ਨਾਲ ਗੱਲਬਾਤ ਹੋਈ, ਤੇ ਫਿਰ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਤੇ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ, ਕੋਈ ਵੀ ਭਾਵੇਂ ਹੋਵੇ, ਕੋਈ ਟਰੈਵਲ ਏਜੰਸੀ ਵੀ ਹੋ ਜਾਏ, ਭਾਵੇਂ ਸਾਡਾ ਉਹ 'ਚ ਕੋਈ ਨਹੀਂ ਹੈ ਹਿੱਸਾ ਜਾਂ ਸਾਨੂੰ ਕਮਿਸ਼ਨ ਮਿਲਣੀ ਹੈ, ਨਹੀਂ, ਪਰ ਅਸੀਂ ਕਿਤੇ ਵੀ ਸਾਥ ਹੋਵੇ, ਜਾਣਕਾਰੀ ਪਹੁੰਚਾ ਰਹੇ ਹਾਂ ਸਾਰਿਆਂ ਤੱਕ। ਫਿਰ ਨਿਓਜ਼ ਜਿਹੜੀ ਹੈ ਉਹਦੇ ਕੋਲ ਜਹਾਜ਼ ਵੱਡੇ ਨੇ ਆਨੰਦ ਜੀ, ਸਪਾਈਸ ਜੈਟ ਜਿਹੜੀ ਹੈ, ਪਰ ਉਹਦੇ ਵਿੱਚ ਮੈਂ ਦੱਸ ਦਵਾਂ, ਤੁਸੀਂ ਵੀ ਸ਼ਾਮਲ ਸੀ ਉਦੋਂ, ਸਾਡੀ ਮਿਲਾਨ ਦੇ 에ਅਰਪੋਰਟ ਦੇ ਡਾਇਰੈਕਟਰ ਨਾਲ ਇੱਕ ਮੀਟਿੰਗ ਹੋਈ, ਉਹਨਾਂ ਨਾਲ ਮੀਟਿੰਗ ਕੀਤੀ, ਪਰ ਬੜਾ ਚੰਗਾ ਲੱਗਾ। ਉਹ ਬੜੀ ਇੱਕ ਅਹਿਮ ਇੰਟਰਵਿਊ ਸੀ, ਉਹ ਬੜੀ ਇੱਕ ਅਹਿਮ ਮੀਟਿੰਗ ਸੀ, ਜਿਸ ਵਿੱਚ ਮਿਲਾਨ 에ਅਰਪੋਰਟ ਨੂੰ ਅਸੀਂ ਦੱਸ ਸਕੇ ਕਿ ਜੇ 에ਅਰਲਾਈਨ ਫਲਾਈਟ ਤੁਹਾਡੇ ਕੋਲ ਚਲਾਉਣ ਦਾ ਮੁੱਦਾ ਲੈ ਕੇ ਆ ਰਹੀ ਹੈ ਤੇ ਡਿਮਾਂਡ ਐਗਜ਼ਿਸਟ ਕਰਦੀ ਹੈ, ਤੇ ਤੁਸੀਂ ਮਿਲਾਨ ਨੂੰ ਔਰ ਇਟਲੀ ਨੂੰ, ਜੋ ਕਿ
ਸਾਡੇ ਈਸਾਈ ਵੀਰਾਂ ਦਾ ਧੁਰਾ ਹੈ ਰੋਮ ਦੇ ਵਿੱਚ, ਉਹਨੂੰ ਸਿੱਖਾਂ ਦੇ ਧੁਰੇ ਅੰਮ੍ਰਿਤਸਰ ਨਾਲ ਜੋੜਨ ਬਾਰੇ ਜ਼ਰੂਰ ਹਾਂ ਪੱਖੀ ਹੁੰਗਾਰਾ ਦਿਓ। ਜੀ ਸਮੀਪ ਜੀ। ਹਾਂਜੀ ਹਾਂਜੀ, ਤੇ ਉਹਦੇ ਵਿੱਚ ਬੜਾ ਚੰਗਾ ਲੱਗਾ ਕਿ ਦੇਖੋ ਪ੍ਰਾਈਵੇਟ 에ਅਰਪੋਰਟ ਅਸੀਂ ਕਹਿੰਦੇ ਦਿੱਲੀ ਆ, ਅੰਮ੍ਰਿਤਸਰ ਸਰਕਾਰੀ ਆ, ਪ੍ਰਾਈਵੇਟ ਹੋ ਜੇ, ਤੇ ਉਹਨਾਂ ਵੱਲੋਂ ਵੀ ਉਹਨਾਂ ਨੇ ਸਾਨੂੰ ਅੰਕੜੇ ਦਿੱਤੇ, ਤਕਰੀਬਨ 70 ਕਿੰਨੇ ਹਜ਼ਾਰ ਲੋਕ ਜਿਹੜੇ ਸਨ ਟਰੈਵਲ ਕਰ ਚੁੱਕੇ ਸਨ ਮਿਲਾਨ। 2 에ਅਰਪੋਰਟ ਨੇ, ਮਿਲਾਨ ਬਰਗਾਮੋ ਤੇ ਮਿਲਾਨ ਮਲਪੈਂਸਾ। ਬਰਗਾਮੋ 에ਅਰਪੋਰਟ 1 ਘੰਟਾ ਦੂਰ ਆ, ਉਹਦਾ ਆਪਣਾ ਕੈਚਮੈਂਟ ਏਰੀਆ ਪੰਜਾਬੀਆਂ ਦਾ। ਮਿਲਾਨ ਮਲਪੈਂਸਾ ਦਾ ਆਪਣਾ ਕੈਚਮੈਂਟ ਏਰੀਆ, ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਨੇ ਤੇ ਇੰਡੀਅਨਸ ਵੀ। ਪਰ ਨਾਲ ਪਤਾ ਲੱਗਾ ਕਿ ਗੱਲਬਾਤ ਹੋ ਰਹੀ ਹੈ, ਉਹ ਮਿਲਾਨ ਦੇ 에ਅਰਪੋਰਟ ਗੱਲ ਕਰ ਰਹੇ ਨੇ। ਫਿਰ ਜਿਹੜਾ ਇੰਡੀਅਨ ਹਾਈ ਕਮਿਸ਼ਨ ਹੈ, ਕਿਉਂਕਿ ਹਵਾਈ ਸਮਝੌਤੇ ਜੇ ਨਹੀਂ ਹੈਗਾ ਅੰਮ੍ਰਿਤਸਰ ਕਿੱਦਾਂ ਪਵਾਉਣਾ ਹੈ ਪਤਾ ਨਹੀਂ, ਜੋ ਵੀ ਹੈ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਉਹ ਬਹੁਤ ਵੱਡਾ ਪਾਰਟ ਪਲੇ ਕਰਦੀਆਂ ਨੇ। ਤੇ ਅਸੀਂ ਵੀ ਜਦ ਉਹਨਾਂ ਨੂੰ ਕਿਹਾ ਤੇ ਉਹ ਵੀ ਕੰਫਰਟੇਬਲ। ਪਰ ਮਿਲਾਨ ਮਲਪੈਂਸਾ ਤੋਂ ਪਹਿਲਾਂ ਸਪਾਈਸ ਜੈਟ ਕੋ ਵੱਡੇ ਜਹਾਜ਼ ਨਹੀਂ ਨੇ। ਆਈ ਐਮ ਸ਼ੋਰ ਕਿ ਉਹਨਾਂ ਦਾ ਵੀ ਪਲਾਨ ਹੋਏਗਾ। ਬਿਲਕੁਲ ਜੀ, ਜੇ ਹੋਇਆ ਵੀ, ਜੋ ਸਾਡੀ ਗੱਲਬਾਤ ਹੈ, ਕੁਝ ਚੀਜ਼ਾਂ ਅਸੀਂ ਨਹੀਂ ਦੱਸ ਸਕਦੇ, ਪਰ ਨਿਊਜ਼ ਕੋ ਜਿਹੜਾ ਹੈ ਉਹ 787 6 ਡ੍ਰੀਮ ਲਾਈਨਰ ਜਹਾਜ਼ ਨੇ। ਇਸ ਸਮੇਂ ਉਹ 25 ਮਾਰਚ ਤੱਕ ਆਪਣਾ 737 ਜਹਾਜ਼ ਆਪਰੇਟ ਕਰ ਰਹੇ ਨੇ। ਬਲੀਸੀ ਜਾਰਜੀਆ ਚ ਉਹ ਰੀਫਿਊਲ ਹੁੰਦਾ ਹੈ, ਰੀਫਿਲ ਕਰਦੇ ਨੇ, ਉਹ ਤੇਲ ਭਰਦੇ ਨੇ। ਪਰ ਡ੍ਰੀਮ ਲਾਈਨਰ ਕਰਕੇ ਹੁਣ ਉਹਨਾਂ ਨੇ ਜਿਹੜਾ ਹੈ ਵੱਡਾ ਮਿਲਾਨ ਟੋਰਾਂਟੋ ਫਲਾਈਟ ਸਪੈਸ਼ਲੀ ਸ਼ੁਰੂ ਕਰ ਰਹੇ ਨੇ। ਮਿਲਾਨ ਤੋਂ ਨਿਊਯਾਰਕ ਫਲਾਈਟ ਚੱਲ ਰਹੀ ਹੈ, ਬਿਲਕੁਲ ਜੀ, ਪਰ ਇੱਕ ਦਿਨ ਕਰ ਰਹੇ ਨੇ। ਕਾਫੀ ਲੋਕਾਂ ਦੇ ਮੈਸੇਜ ਆ ਰਹੇ ਆਨੰਦ ਜੀ ਕਿ ਇੱਕ ਫਲਾਈਟ ਕਿਉਂ ਹਫਤੇ ਚ, 3 ਘੱਟੋ ਘੱਟ ਹੋਣੀਆਂ ਚਾਹੀਦੀਆਂ ਨੇ। ਦੇਖੋ ਜੀ, ਉਹ ਜਿਹੜੇ GSA ਵੀ ਨੇ ਜਾਂ ਹੋਰ ਵੀ ਨੇ ਵੱਡੀਆਂ ਕੰਪਨੀਆਂ, 에ਅਰ ਇੰਡੀਆ, ਵੱਡੀਆਂ 에ਅਰਲਾਈਨਸ, ਉਹ ਜ਼ਿਆਦਾ ਰਿਸਕ ਲੈ ਸਕਦੀਆਂ ਨੇ। ਕਾਫੀ ਕਹਿੰਦੇ ਨੇ ਰਿਸਕ ਤੇ ਕਿੱਥੇ ਜੀ, ਪਰ ਇਹ ਦੇਖੋ ਅੱਜ ਕੱਲ ਮਾਰਚ ਵਿੱਚ, ਅਪ੍ਰੈਲ ਚ ਲੋਕੀ ਜਾਣੇ ਵੀ ਘਟ ਜਾਂਦੇ ਨੇ ਉਧਰ, ਪਰ ਫਿਰ ਵੀ ਉਹ ਸ਼ੁਰੂ ਕਰ ਰਹੇ ਨੇ। ਇਧਰੋਂ ਜਾਣ ਦੀ ਟਿਕਟ ਸਸਤੀ ਹੈ, ਉਧਰੋਂ ਆਉਣ ਦੀ ਮਹਿੰਗੀ ਹੈ, ਕਿਉਂਕਿ ਕਾਫੀ ਸਟੂਡੈਂਟਸ ਵੀ ਆਣਗੇ ਅਪ੍ਰੈਲ ਚ। ਸੋ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਦੇਖਦੇ ਹੋਏ ਉਹ ਇੱਕੋ ਫਲਾਈਟ ਤੋਂ ਸ਼ੁਰੂ ਕਰ ਰਹੇ ਆ। ਪਰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਚੰਗਾ ਰਿਸਪੌਂਸ ਮਿਲਿਆ ਤੇ ਜੂਨ ਵਿੱਚ, ਘੱਟੋ ਘੱਟ ਜੂਨ ਚ ਅਸੀਂ 2 ਜਾਂ 3 ਫਲਾਈਟਾਂ ਵੀ ਕਰਨੀਆਂ ਚਾਹਾਂਗੇ। ਸੋ ਇੱਥੇ ਦੱਸਿਆ ਜਾ ਸਕਦਾ ਹੈ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਇੱਕ ਫੈਸਿਲਿਟੇਟਰ ਦਾ ਰੋਲ ਪਲੇ ਕਰ ਰਿਹਾ। ਅਸੀਂ ਕੋਈ ਕ੍ਰੈਡਿਟ ਵਾਰ ਦੇ ਵਿੱਚ ਬਿਲੀਵ ਨਹੀਂ ਕਰਦੇ, ਬਟ ਇੱਥੇ ਇਹ ਗੱਲ ਜ਼ਰੂਰ ਸਾਹਮਣੇ ਲਿਆਣੀ ਚਾਹਾਂਗੇ, ਕਿਉਂਕਿ ਬਹੁਤ ਸਾਰੇ MLA MP ਤੇ ਬਹੁਤ ਸਾਰੇ ਹੋਰ ਪ੍ਰਾਈਵੇਟ ਸ਼ਖਸ ਕ੍ਰੈਡਿਟ ਲੈਣ ਦਾ ਦਾਅਵਾ ਕਰਦੇ ਆ। ਕ੍ਰੈਡਿਟ ਵਾਰ ਸਾਡੇ ਕੰਮ ਦੇ ਵਿੱਚ ਵਿਘਨ ਪਾਉਂਦੀ ਹੈ ਅਤੇ ਸਾਡੇ ਜੋ ਚੱਲ ਰਹੇ ਅਭਿਆਨ ਨੂੰ ਠੇਸ ਪਹੁੰਚਾ ਸਕਦੀ ਹੈ। ਸਾਨੂੰ ਕਿਸੇ ਦੇ ਕ੍ਰੈਡਿਟ ਲੈਣ ਤੋਂ ਕੋਈ ਮੁਸ਼ਕਲ ਨਹੀਂ ਹੈ, ਪਰ ਜੇ ਉਹਨਾਂ ਨੇ ਕੋਈ ਕੰਮ ਨਾ ਕੀਤਾ ਹੋਵੇ ਤੇ ਵਿਹਲਾ ਕ੍ਰੈਡਿਟ ਲੈਣਾ ਕੋਈ ਮੁਨਾਸਿਬ ਗੱਲ ਨਹੀਂ ਸਮਝੀ ਜਾਂਦੀ। ਅਸੀਂ ਇੱਥੇ ਕ੍ਰੈਡਿਟ ਲੈਣ ਲਈ ਆਪ ਸਭ ਨਾਲ ਇਹ ਗੱਲ ਸਾਂਝੀ ਨਹੀਂ ਕਰ ਰਹੇ। ਅਸੀਂ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਐਫਰਟ ਕਿੱਦਾਂ ਕੀਤੇ ਜਾ ਰਹੇ ਹਨ ਤੇ ਕਿੱਥੇ ਕਿੱਥੇ ਪਹੁੰਚ ਕੀਤੀ ਗਈ ਹੈ ਤੇ ਐਡਵੋਕੇਸੀ ਕਿੱਦਾਂ ਚੱਲ ਰਹੀ ਹੈ। ਜੀ ਸਮੀਪ ਜੀ। ਹਾਂਜੀ, ਬੜਾ ਹੀ ਅਜੀਬ ਜਿਹਾ ਵਾਕਿਆ ਹੋਇਆ ਜਦੋਂ MP ਬਣੇ ਨੇ ਰਾਘਵ ਚੱਡਾ ਜੀ ਰਾਜ ਸਭਾ ਦੇ, ਤੇ ਇੱਕ ਪੋਸਟਰ ਆਇਆ, ਟਵੀਟ ਕੀਤਾ ਕਿ ਮੈਂ 20 ਦਸੰਬਰ ਕੇ ਕਿੰਨੀ ਦਸੰਬਰ ਨੂੰ ਪਾਰਲੀਮੈਂਟ 'ਚ ਮੰਗ ਰੱਖੀ ਸੀ ਰਾਜ ਸਭਾ 'ਚ ਕਿ ਅੰਮ੍ਰਿਤਸਰ ਤੋਂ ਮੋਹਾਲੀ ਤੋਂ ਫਲਾਈਟਾਂ ਸ਼ੁਰੂ ਹੋਣ, ਤੇ ਹੁਣ ਲੰਡਨ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ ਜੀ ਇੰਨੇ ਮਾਰਚ ਨੂੰ। ਤੇ ਮੈਨੂੰ ਬਹੁਤ ਕਾਲਾਂ ਆਈਆਂ ਕਿ ਇਹ ਕੀ ਕਹਿ ਰਹੇ ਨੇ, ਜਦ ਕਿ ਲੰਡਨ ਦੀ ਫਲਾਈਟ ਆਲਰੇਡੀ 2019 ਵਿੱਚ ਨਵੰਬਰ ਸ਼ੁਰੂ ਹੋਈ ਸੀ ਸਟੈਨਸਟਡ ਦੀ। ਬਹੁਤ ਯਤਨ ਕਰਕੇ ਐਸੀ ਮੇਰ ਹੋਈ ਕੋਵਿਡ ਦੌਰਾਨ, ਫਿਰ ਉਹ ਹੀਥਰੋ ਮੂਵ ਹੋ ਗਈ ਤੇ 3 ਦਿਨ ਹੀਥਰੋ ਫਲਾਈਟ ਚੱਲ ਰਹੀ ਹੈ। ਤੇ ਉਹ ਬਿਆਨ ਦੇ ਰਹੇ ਨੇ ਕਿ ਹੁਣ UK ਨਾਲ ਜੁੜੇਗਾ, ਬਰਮਿੰਗਮ ਵੀ ਚੱਲ ਰਹੀ ਹੈ, ਤੇ ਬਰਮਿੰਗਮ ਕੋਵਿਡ ਦੌਰਾਨ 1 ਹੋ ਗਈ ਸੀ, ਫਿਰ 3 ਕਰ ਦਿੱਤੀਆਂ। ਤੇ ਉਹਦਾ ਵੀ ਜਿਹੜੇ MP ਸਾਨੀ ਜੀ ਨੇ, ਉਹਨਾਂ ਨੇ ਵੀ ਟਵੀਟ ਕਰਕੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਕਿ ਮੈਂ ਮੰਤਰੀ ਨੂੰ ਮਿਲ ਕੇ ਆਇਆ ਸੀ ਤੇ 5 ਦਿਨ ਪਹਿਲਾਂ ਮੰਤਰੀ ਨੂੰ ਮਿਲੇ ਸੀ। ਜੇ 5 ਦਿਨਾਂ 'ਚ ਫਲਾਈਟਾਂ ਏਦਾਂ ਸ਼ੁਰੂ ਹੋ ਜਾਂਦੀਆਂ ਨੇ, ਤੇ ਹੁਣ ਵੀ ਕੁਝ ਕਾਰਕੁਨ ਨੇ ਅਨੰਤ ਜੀ, ਜਿੱਦਾਂ ਮੰਤਰੀ ਧਾਲੀਵਾਲ ਜੀ ਨੇ, ਚਲੋ ਸਾਨੂੰ ਨਹੀਂ, ਅਸੀਂ ਇਹ ਨਹੀਂ ਕਹਿੰਦੇ ਕਿ ਉਹ ਮਿਲਣ ਗਏ ਨੇ, ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ। ਬਿਲਕੁਲ 1 ਮਾਰਚ ਨੂੰ ਉਹ ਮਿਲੇ ਨੇ, ਤੇ ਇਹ ਫਲਾਈਟ 28 ਫਰਵਰੀ ਨੂੰ 27 ਫਰਵਰੀ ਨੂੰ ਫਲਾਈਟ ਦੀ ਬੁਕਿੰਗ ਸ਼ੁਰੂ ਹੋ ਗਈ ਸੀ, ਅਨਾਉਂਸ ਕੀਤੀ ਗਈ ਉਹਦੇ ਤੋਂ ਪਹਿਲਾਂ ਉਹਦੀ ਬੁਕਿੰਗ ਸ਼ੁਰੂ ਹੋ ਚੁੱਕੀ ਸੀ। ਤੇ ਨਾਲੇ ਉਹ ਸਿੰਧੀਆ ਜੀ ਨੇ ਭਾਰਤੀ 에ਅਰਲਾਈਨਸ ਦੀ ਫਲਾਈਟ ਸ਼ੁਰੂ ਕਰਾਉਣੀ ਆ। ਬਾਹਰ ਜਿਹੜਾ ਭਾਰਤ ਦਾ ਵਿਦੇਸ਼ ਮੰਤਰੀ ਹੋਏਗਾ, ਉਹ ਕਿਉਂ ਵਿਦੇਸ਼ ਦੀ 에ਅਰਲਾਈਨ ਨੂੰ ਕਹੇਗਾ ਕਿ ਫਲਾਈਟ ਸ਼ੁਰੂ ਕਰੋ? ਬਿਲਕੁਲ ਜੀ। ਤੇ ਇਹ ਗੱਲਾਂ ਜਿਹੜੀਆਂ ਨੇ ਬੜੀਆਂ ਬਚਕਾਨਾ, ਪਤਾ ਨਹੀਂ ਸਾਡੇ ਪੰਜਾਬੀ ਵੀ ਨਹੀਂ ਜਾਣਦੇ। ਮੈਂ ਹੁਣ ਪਿੱਛੇ ਜੇ ਗੁਰਦੁਆਰੇ ਵੀ ਗਿਆ, ਸਾਰੇ ਕਹਿ ਰਹੇ ਸੀ, ਉਹ ਕਹਿ ਰਹੇ ਜੀ ਮੈਂ ਸ਼ੁਰੂ ਕਰਾਤੀ, ਮੈਂ ਚਿੱਠੀ ਲਿਖੀ, ਚਲੋ ਕਰਵਾ ਦਿੱਤੀ, ਠੀਕ ਹੈ, ਅਸੀਂ ਇਹ ਨਹੀਂ ਕਹਿੰਦੇ। ਪਰ ਸਾਨੂੰ ਗੁੱਸਾ ਉਦੋਂ ਆਉਂਦਾ ਆਨੰਦ ਜੀ, ਜਾਂ ਦੁੱਖ ਹੁੰਦਾ ਹੈ, ਜਿਹੜੇ ਅਸੀਂ ਕੰਮ ਕਹਿ ਰਹੇ ਹਾਂ ਕਰੋ, ਉਹ ਕੰਮ ਨਹੀਂ ਕਰ ਰਹੇ। ਬਿਲਕੁਲ ਜੀ। ਜੇ ਡਾਕਟਰ ਮੇਜਰ ਨੇ ਅੰਮ੍ਰਿਤਸਰ ਤੋਂ ਮੰਤਰੀ ਲੋਕਲ ਬਾਡੀ ਪੰਜਾਬ ਦੇ, ਉਹਨਾਂ ਦੇ ਅੰਡਰ BRTS ਬੱਸ, ਲੋਕਲ ਬੱਸ ਆਉਂਦੀ ਆ, ਉਹ ਘਿਓ ਮੰਡੀ ਚੌਂਕ ਤੱਕ, ਦੁਰਗਿਆਣਾ ਮੰਦਿਰ ਤੱਕ, ਵਾਘਾ ਬਾਰਡਰ ਤੱਕ ਸ਼ੁਰੂ ਕਰਾਉਣ ਦੀ ਲੋੜ ਹੈ। ਉਹਦਾ ਨੋਟੀਫਿਕੇਸ਼ਨ ਕਾਲਾਂ ਕਰਾ ਕੇ ਅਸੀਂ ਕਰਾਇਆ, ਤੇ ਹੁਣ ਕਹਿੰਦੇ ਬੱਸਾਂ ਨਹੀਂ ਹੈਗੀਆਂ। ਬਿਲਕੁਲ ਜੀ। ਫਿਰ ਟਰਾਂਸਪੋਰਟ ਮੰਤਰੀ ਨੇ ਫਲੈਗ ਵਿਖਾਊਗਾ, ਦਿੱਲੀ ਨੂੰ ਬੱਸਾਂ ਤੋਰ ਰਹੇ ਨੇ, ਠੀਕ ਆ, ਪ੍ਰਾਈਵੇਟ ਬੱਸਾਂ ਨਾਲ ਕਰੋ ਕੰਪੀਟੀਸ਼ਨ,
100 ਫਲਾਈਟਾਂ ਆ ਰਹੀਆਂ ਨੇ ਹਫਤੇ ਦੀਆਂ, ਅੰਮ੍ਰਿਤਸਰ ਜਾ ਵੀ ਰਹੀਆਂ ਨੇ, ਤੇ ਉਹਦੇ ਵਾਸਤੇ ਅੰਮ੍ਰਿਤਸਰ ਕੋਈ ਬੱਸ ਸੇਵਾ ਨਹੀਂ। ਇੱਕੋ ਇੱਕ ਭਾਰਤ ਦਾ 에ਅਰਪੋਰਟ ਹੈ ਅੰਤਰਰਾਸ਼ਟਰੀ ਜਿੱਥੇ ਕੋਈ ਬੱਸ ਸੇਵਾ ਨਹੀਂ ਹੈ। ਇਹ ਕੰਮ ਕਰੋ। ਮੰਤਰੀ ਧਾਲੀਵਾਲ ਜੀ ਨੂੰ ਅਸੀਂ ਕਈ ਵਾਰੀ ਚਿੱਠੀ ਦਿੱਤੀ ਹੈ ਕਿ ਬੱਸ ਸੇਵਾ ਸ਼ੁਰੂ ਕਰਾਓ, ਉਹ ਤੇ ਸ਼ੁਰੂ ਨਹੀਂ ਹੋ ਰਹੀ ਇਹਨਾਂ ਕੋ, ਪੰਜਾਬ ਸਰਕਾਰ ਕੋ। ਫਿਰ ਸਾਨੂੰ ਸਪੋਰਟਰ ਕਹਿੰਦੇ ਨਹੀਂ ਪੰਜਾਬ ਸਰਕਾਰ ਇਸੇ ਨੂੰ ਭੰਡਦੇ ਆ। ਨਹੀਂ, ਪਿਛਲੀ ਸਰਕਾਰ ਵੇਲੇ ਹਜ਼ਾਰਾਂ ਚਿੱਠੀਆਂ ਲਿਖੀਆਂ ਵਾ। ਸੋ ਇਹ ਗੱਲ ਜਿਹੜੀ ਹੈ, ਇਹ ਸਰਕਾਰ ਜਿਹੜੀ ਹੈ ਕੱਲੀ ਬਿਆਨ ਦੇ ਕੇ, ਚਿੱਠੀ ਦੇ ਕੇ ਇੱਕ ਉਹਦੇ ਨਾਲ ਗੱਲ ਨਹੀਂ ਬਣਦੀ, ਉਹ ਵੀ ਮੰਤਰੀਆਂ ਨੂੰ, ਕਿਉਂਕਿ ਹੁਣ 에ਅਰਲਾਈਨ ਸਾਰੀਆਂ ਪ੍ਰਾਈਵੇਟ ਨੇ। ਤੇ ਮੈਂ ਹੋਰ ਵੀ ਦੱਸਦਾ, ਜਿਹੜੇ ਕੈਨੇਡਾ ਵਿੱਚ ਸਾਰੇ ਸੋਚਦੇ ਨੇ ਕਈ ਲੋਕ, ਮਾਫ ਕਰਨਾ ਭਾਵੇਂ ਲੱਗੇ ਗੱਲ ਭਾਵੇਂ ਬੁਰੀ, ਕਿ ਕੱਲੀਆਂ ਚਿੱਠੀਆਂ ਲਿਖਣ ਕਰਕੇ ਅਸੀਂ ਇਹ ਨਹੀਂ ਕਹਿ ਰਹੇ ਕਿ ਨਿਊਜ਼ 에ਅਰਲਾਈਨ ਉਹਦੇ ਕਰਕੇ ਆ ਗਈ ਜਾਂ ਭਾਰਤ ਦੇ ਕਰ ਲਏ। ਇਹ ਇੱਕ ਲੋਕਾਂ ਨੂੰ, ਜੇ ਅੱਜ ਕੱਲ ਇਹ ਮੁਹਿੰਮ ਇੱਥੋਂ ਤੱਕ ਨਾ ਪਹੁੰਚੀ ਹੁੰਦੀ, ਲੋਕ ਆਨੰਦ ਜੀ ਇੰਨੇ ਉਜਾਗਰ ਨਾ ਹੋਏ ਹੁੰਦੇ, ਮੀਡੀਆ ਨੂੰ ਏਡਾ ਵੱਡਾ ਇਸ਼ੂ ਨਾ ਪਤਾ ਲੱਗਦਾ ਕਿ $3,000 ਖਰਚ ਕੇ ਆ ਰਹੇ ਨੇ, ਤੇ ਅੱਜ ਜੋ ਇਹ ਅਨਾਉਂਸਮੈਂਟ ਕਿਸ ਤਰ੍ਹਾਂ ਸਾਰਿਆਂ ਤੱਕ ਪਹੁੰਚ ਰਹੀ ਹੈ, ਹੋ ਸਕਦਾ ਇਦਾਂ ਨਾ ਪਹੁੰਚਦੀ। ਅੱਜ ਚਿੱਠੀਆਂ ਜਿਹੜੀਆਂ 에ਅਰ ਇੰਡੀਆ ਕੋ ਜਾ ਰਹੀਆਂ ਨੇ, ਵੱਖਰੀ ਗੱਲ, ਮੰਤਰੀ ਭਾਵੇਂ ਪੰਜਾਬ ਦਾ ਮਿਲਿਆ, ਭਾਵੇਂ ਕੋਈ ਦੇ ਰਿਹਾ ਹਵਾਬਾਜ਼ ਮੰਤਰੀ ਨੂੰ, ਹੋ ਸਕਦਾ ਚਿੱਠੀ ਉਹ ਫਾਰਵਰਡ ਕਰਦੇ 에ਅਰ ਇੰਡੀਆ ਦੇ CEO ਨੂੰ, ਉਹ ਫਿਰ ਸਟੱਡੀ ਕਰ ਲੈਣ ਸਾਡੀ ਕੀ ਗੱਲਬਾਤ ਹੋ ਰਹੀ ਹੈ 에ਅਰਲਾਈਨਸ ਨਾਲ। ਉਹ ਅਸੀਂ ਜਦੋਂ ਮੌਕਾ ਆਏਗਾ ਜ਼ਰੂਰ ਦੱਸਾਂਗੇ। ਸਾਨੂੰ ਕੋਈ ਕ੍ਰੈਡਿਟ ਲੈਣ ਦੀ ਕੋਈ ਜ਼ੋਰ ਨਹੀਂ ਹੈ, ਨਾ ਹੀ ਅਸੀਂ ਕੋਈ ਕਿਸੇ 에ਅਰਲਾਈਨਸ ਤੋਂ ਲੈ ਰਹੇ ਹਾਂ। ਪਰ ਜੇ ਕੋਈ ਸੋਚਦਾ ਹੈ ਕਿ ਹਾਂ ਬਈ ਨਿਊਜ਼ 에ਅਰਲਾਈਨ ਸਾਡੇ ਕਰਕੇ, ਅਸੀਂ ਨਹੀਂ ਕਹਿ ਰਹੇ, ਪਰ ਹਾਂ ਤੁਸੀਂ ਦੱਸਿਆ ਕਿ ਅਸੀਂ ਐਜ਼ ਅ ਫੈਸਿਲਿਟੇਟਰ ਅਸੀਂ 에ਅਰਪੋਰਟ ਤੱਕ ਪਹੁੰਚ ਕੀਤੀ ਹੈ, ਇਟਲੀ ਦੇ 에ਅਰਪੋਰਟ ਤੱਕ ਉਹਨਾਂ ਨਾਲ ਗੱਲਬਾਤ ਕੀਤੀ ਹੈ। ਤੁਸੀਂ ਵੈਨਕੂਵਰ 에ਅਰਪੋਰਟ ਨੂੰ ਲੈਟਰ ਲਿਖੀਆਂ ਨੇ, ਉਹਨਾਂ ਦਾ ਜਵਾਬ ਵੀ ਆਇਆ, ਉਹਨਾਂ ਨਾਲ ਮੀਟਿੰਗ ਵੀ ਹੋਣ ਜਾ ਰਹੀ ਹੈ। ਐਬਟਸਫੋਰਡ 에ਅਰਪੋਰਟ ਤੋਂ ਵੀ ਸਾਨੂੰ ਕੰਟੈਕਟ ਹੋਇਆ ਵਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਐਜ਼ ਅ ਜੁਆਇੰਟ ਐਫਰਟ, ਹੌਲੀ ਹੌਲੀ ਸਟੈਪ ਬਾਈ ਸਟੈਪ ਜਿਹੜਾ ਹੈ ਉਹਨੂੰ ਅੱਗੇ ਲੈ ਕੇ ਜਾਣ ਦੀ ਲੋੜ ਹੈ। ਪਰ ਪੰਜਾਬ ਸਰਕਾਰ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ, ਕਿਤੇ ਵੀ ਜੇ ਉਹਨਾਂ ਦੇ ਸਪੋਰਟਰ ਬੈਠੇ ਨੇ, ਦੋ ਮੰਗਾਂ ਨੇ। ਇੱਕ, ਬੱਸ ਸ਼ੁਰੂ ਕਰਵਾ ਦਿਓ ਜਲਦੀ ਤੋਂ ਜਲਦੀ। ਬੰਗਲੌਰ ਤੋਂ, ਹੋਰ ਥਾਵਾਂ ਤੋਂ ਭਾਰਤ ਦੇ ਲੋਕੀ ਆਉਂਦੇ ਨੇ, ਟੂਰਿਸਟ ਆਉਂਦੇ ਨੇ, 3 ਵੀਲਰਾਂ ਤੇ ਸਨੈਚਿੰਗ ਹੋ ਰਹੀ ਹੈ, ਕੋਈ ਕੁਝ ਹੋ ਰਿਹਾ ਹੈ ਰਸਤੇ 'ਚ। ਪੁਲਿਸ ਦੀ ਬਹੁਤ ਲੋੜ ਹੈ 에ਅਰਪੋਰਟ ਤੋਂ, ਭਾਵੇਂ ਸ਼ਹਿਰ ਤੱਕ, ਚੌਂਕ ਤੱਕ, ਗੁਮਟਾਲਾ ਚੌਂਕ ਤੱਕ। ਦੂਜੀ ਗੱਲ, ਬੱਸ ਜਿਹੜੀ ਹੈ ਜਲਦੀ ਤੋਂ ਜਲਦੀ ਜੋੜੀ ਜਾਵੇ ਬਾਕੀ ਸ਼ਹਿਰਾਂ ਤੋਂ ਵੀ, ਤੇ ਜਿਹੜਾ ਹੋਰ ਇਨਫਰਾਸਟ੍ਰਕਚਰ ਹੈ ਟੂਰਿਜ਼ਮ ਦਾ, ਉਹਨੂੰ ਬਹੁਤ ਜ਼ਿਆਦਾ ਪ੍ਰਮੋਟ, ਤੇ 에ਅਰਪੋਰਟ ਨੂੰ ਪ੍ਰਮੋਟ ਕਰੇ ਸਰਕਾਰ ਆਪਣੀ ਹਰ ਵੀਡੀਓ ਵਿੱਚ। ਉਹ 에ਅਰਪੋਰਟ ਦੀ ਫੋਟੋ ਤੇ ਵੀਡੀਓ ਪਾਣੀ ਬਹੁਤ ਜ਼ਰੂਰੀ ਹੈ। ਬਾਕੀ ਜਿਹੜੀਆਂ ਅਟਰੈਕਸ਼ਨਸ ਵਿਖਾਉਂਦੇ ਨੇ, ਵਾਰ ਮਿਊਜ਼ੀਅਮ ਹੋਰ ਵਿਖਾਉਂਦੇ ਨੇ, ਵਿਖਾਇਆ ਜਾਵੇ ਕਿ ਅੰਮ੍ਰਿਤਸਰ ਵੈਲ ਕਨੈਕਟਡ ਹੈ ਇਹਨਾਂ ਸ਼ਹਿਰਾਂ ਦੇ ਨਾਲ, ਉਹ ਚੀਜ਼ ਪਾਉਣੀ ਬਹੁਤ ਜ਼ਰੂਰੀ ਹੈ। ਮੈਨੂੰ ਯਾਦ ਹੈ, ਮੈਂ ਪਹਿਲੀ ਵਾਰੀ ਆਇਆ ਸੀ KLM ਤੇ 2000 ਵਿੱਚ ਅਮਰੀਕਾ, ਤੇ ਜਦੋਂ ਜਹਾਜ਼ ਉਹਨਾਂ ਦਾ ਐਮਸਟਰਡਮ ਪਹੁੰਚਣ ਲੱਗਾ ਸੀ ਦਿੱਲੀ ਤੋਂ, ਉਹਨਾਂ ਨੇ ਪੂਰੇ ਸ਼ਹਿਰ ਦੀਆਂ ਆਪਣੀਆਂ ਜਿਹੜੀਆਂ ਵੀਡੀਓ ਸਨ ਉਹ ਸਕਰੀਨ ਤੇ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਬਿਲਕੁਲ ਜੀ। ਤੇ ਪਰ ਅਸੀਂ ਜਦੋਂ ਜਾਣਦੇ ਹਾਂ ਕਿ ਪੰਜਾਬ ਸਰਕਾਰ 에ਅਰ ਇੰਡੀਆ ਨੂੰ ਕਹਿ ਨਹੀਂ ਸਕਦੀ ਕਿ ਜਦੋਂ ਤੁਸੀਂ ਅੰਮ੍ਰਿਤਸਰ ਲੈਂਡ ਕਰਦੇ ਜੇ ਤੇ ਆਪਣੀਆਂ ਸਕਰੀਨਸ ਤੇ ਲੰਡਨ ਦੀ ਫਲਾਈਟ ਆ ਰਹੀ ਹੈ, ਆਹ ਵੀਡੀਓ ਦਿਖਾਇਆ ਕਰੋ ਅੰਮ੍ਰਿਤਸਰ ਬਾਰੇ, ਇੰਡੀਆ ਬਾਰੇ ਤੇ ਭਾਵੇਂ ਇੰਡੀਆ ਬਾਰੇ ਦਿਖਾਓ, ਤੇ ਨਾਲ ਪੰਜਾਬ ਬਾਰੇ ਦਿਖਾਇਆ ਕਰੋ। ਇਹ ਚੀਜ਼ਾਂ ਸਰਕਾਰ ਨੂੰ ਕਰਨ ਦੀ ਲੋੜ ਹੈ। ਬਿਆਨ ਦੇਈ ਜਾਂਦੇ ਨੇ ਏਵੀਏਸ਼ਨ ਪਾਲਿਸੀ ਕੀ ਹੈ, ਸਾਨੂੰ ਨਹੀਂ ਪਤਾ। ਜਿਹੜਾ ਕੰਮ ਅਸੀਂ ਕਰ ਰਹੇ, ਜੇ ਸਾਡੇ ਨਾਲ 에ਅਰਲਾਈਨ ਗੱਲ ਕਰ ਰਹੀ ਹੈ ਤੇ ਇਹਨਾਂ ਨੇ 에ਅਰਲਾਈਨਸ ਨਾਲ ਮੀਟਿੰਗ ਕਿਉਂ ਨਹੀਂ ਕਰਦੇ? ਆ ਟਾਟਾ ਆਈ ਹੈ, ਇਹ ਆਈ ਹੈ, 에ਅਰਲਾਈਨਸ ਸੱਦਣ, ਇੱਕ ਵੱਡਾ ਸਮਿਟ ਕਰਾਉਣ। we can be ambassadors as well, we can talk to them as well। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹ ਮੈਂ ਥੋੜਾ ਕਈ ਵਾਰੀ ਇਮੋਸ਼ਨਲ ਵੀ ਹੋ ਜਾਂਦਾ, ਪਰ ਬਹੁਤ ਦੁੱਖ ਲੱਗਦਾ ਹੈ ਰਾਤੀ ਇੱਥੇ ਬੈਠ ਕੇ, ਜਦੋਂ ਆਪਾਂ ਦਿਨ ਵੇਲੇ ਨੌਕਰੀ ਕਰਨੀ ਹੁੰਦੀ ਹੈ ਤੇ ਜਦੋਂ ਆਪਣੇ ਅੰਕੜੇ ਇਕੱਠੇ ਕਰੀਦੇ, ਭੇਜੀਦੇ ਆ, ਫਿਰ ਜਦੋਂ ਦੇਖੀਦਾ ਜੀ ਹਾਂ ਮੈਂ ਕਰਾਤੀ, ਉਹਨੇ ਕਰਾਤੀ, ਮੈਂ ਤੇ ਫਿਰ ਥੋੜਾ ਜਿਹਾ ਦੁੱਖ ਜ਼ਰੂਰ ਲੱਗਦਾ। ਸਮੀਪ ਜੀ, ਆਪਾਂ ਗੱਲ ਕਰ ਹਵਾਈ ਅੱਡਿਆਂ ਦੀ, ਤੇ ਅਕਸਰ ਲੋਕ ਸਾਨੂੰ ਇਹ ਪੁੱਛਦੇ ਨੇ ਕਿ ਆਹ MLA ਸਾਹਿਬਾਨ, MP ਸਾਹਿਬਾਨ ਚੰਡੀਗੜ੍ਹ ਦੀ ਗੱਲ ਕਰ ਰਹੇ ਆ। ਲੋਕ ਸਾਨੂੰ ਕਹਿੰਦੇ ਆ ਕਿ ਤੁਸੀਂ ਸ਼ਾਇਦ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਹੋ, ਜਾਂ ਅੰਮ੍ਰਿਤਸਰ ਫਲਾਈ ਅੰਮ੍ਰਿਤਸਰ ਅਭਿਆਨ ਤੁਸੀਂ ਨਾਂ ਰੱਖਿਆ, ਤੁਸੀਂ ਅੰਮ੍ਰਿਤਸਰ ਹਵਾਈ ਅੱਡੇ ਦੀ ਗੱਲ ਕਰਦੇ ਹੋ। ਇੱਥੇ ਕੁਝ ਸਾਂਝ ਪਾਓ ਕਿ ਚੰਡੀਗੜ੍ਹ ਤੇ ਅੰਮ੍ਰਿਤਸਰ ਦੇ ਵਿੱਚ ਕੀ ਅੰਤਰ ਹੈ, ਕਿ ਅਸੀਂ ਅੰਮ੍ਰਿਤਸਰ ਤੇ ਅੰਤਰਰਾਸ਼ਟਰੀ ਉਡਾਨਾਂ ਬਾਰੇ ਜਾਂ ਹੋਰ ਉਡਾਨਾਂ ਬਾਰੇ ਫੋਕਸ ਕਿਉਂ ਕਰਦੇ ਹਾਂ? ਬੜਾ ਵਧੀਆ ਸਵਾਲ ਹੈ। ਇਹ 'ਚ ਟੈਕਨੀਕਲ ਡੀਟੇਲ ਜਿਹੜੀਆਂ ਨੇ ਉਹ ਮੈਂ ਦੇ ਦੇਵਾਂ ਕਿ ਚੰਡੀਗੜ੍ਹ ਪਹਿਲਾਂ, ਹਾਸੇ ਵਾਲੀ ਗੱਲ ਹੈ, 2015 'ਚ ਅਨਾਉਂਸ ਕਰ ਦਿੱਤਾ ਕਿ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਪਰ ਉੱਥੇ ਇਮੀਗ੍ਰੇਸ਼ਨ ਬਣਾਈ ਨਹੀਂ ਕੋਈ ਉਸ ਵੇਲੇ, ਕੋਰਟ ਨੇ ਇੰਟਰਫੇਅਰ ਕੀਤਾ। ਹੁਣ ਉੱਥੋਂ ਮੋਹਾਲੀ ਦੀ ਫਲਾਈਟ ਚੱਲਦੀ ਹੈ। ਦੂਜੀ ਗੱਲ, ਉਹ 에ਅਰਪੋਰਟ ਰਾਤ ਨੂੰ ਬੰਦ ਰਹਿੰਦਾ ਸੀ ਕਿਉਂਕਿ ਉਹ 에ਅਰਫੋਰਸ ਦੇ ਅੰਡਰ ਹੈ। ਬਿਲਕੁਲ, ਉਹ ਵੀ ਜ਼ਬਰਦਸਤੀ ਕਰਕੇ, ਜਾਂ ਜੋ ਵੀ ਕਹਿ ਲਓ, ਜ਼ਬਰਦਸਤੀ ਕੋਸ਼ਿਸ਼ਾਂ ਕਰਕੇ, ਮਾਫ ਕਰਨਾ, ਕੋਸ਼ਿਸ਼ਾਂ ਕਰਕੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਨੇ ਵੀ ਪਟੀਸ਼ਨ ਪਾਈ ਹੈ ਪਾਰਲੀਮੈਂਟ ਉਹਦੇ 'ਚ, ਕੋਰਟ 'ਚ, PIL,
ਤੇ ਫਿਰ ਉਹਨਾਂ ਨਾਲ 24 ਘੰਟੇ ਆਪਰੇਸ਼ਨਸ ਹੋਇਆ ਵਾ। ਪਰ ਫਿਰ ਗੱਲ ਆ ਗਈ ਕਿ ਉੱਥੇ ਸਰਦੀਆਂ 'ਚ 2 ਮਹੀਨੇ ਜਹਾਜ਼ ਦਿਨ ਵੇਲੇ ਲੈਂਡ ਨਹੀਂ ਕਰ ਪਾਉਂਦੇ 11 ਵਜੇ ਤੱਕ, ਤੇ ਧੁੰਦ ਦਾ ਜਿਹੜਾ ਸਿਸਟਮ ਹੈ ਕੈਟ 3 ਉਹ ਲਾਇਆ ਜਾਵੇ, ਪਰ 에ਅਰ ਫੋਰਸ ਨੇ ਪਰਮਿਸ਼ਨ ਨਹੀਂ ਦਿੱਤੀ ਕਿਉਂਕਿ ਉਹ ਡਿਫੈਂਸ ਨਾਲ ਇੰਟਰਫੇਅਰ ਕਰੇਗਾ। ਖੈਰ ਰਨਵੇ ਛੋਟਾ ਸੀ, ਪਰ ਬਿਆਨ ਆ ਰਹੇ ਸੀ ਜੀ ਕਿ ਚੰਡੀਗੜ੍ਹ ਤੋਂ ਫਲਾਈਟਾਂ ਜਾਣਗੀਆਂ ਜੀ ਕੈਨੇਡਾ ਨੂੰ ਜਾਣ ਲਈ ਜੀ ਵਾਈਡ ਬੋਡੀ ਜਹਾਜ਼ ਚਾਹੀਦਾ, ਲੰਬਾ ਵੱਡਾ। ਬਿਲਕੁਲ। ਤੇ ਉਹਨਾਂ ਦਾ ਰਨਵੇ ਜਿਹੜਾ ਸੀ 8000 ਫੁੱਟ ਸੀਗਾ, ਕਿੰਨੇ ਸੀਗਾ ਹੁਣ ਉਹ 10800 ਫੁੱਟ ਹੋਇਆ। ਅੰਮ੍ਰਿਤਸਰ ਦਾ 12000 ਫੁੱਟ ਹੈ ਰਨਵੇ, ਤੇ ਉਹ ਰਨਵੇ ਹੁਣ 2020 ਚ ਜਾ ਕੇ ਪੂਰਾ ਹੋਇਆ ਵਾ। ਤੇ ਪਹਿਲਾਂ ਹੀ ਕਹੀ ਜਾ ਰਹੇ ਸੀ ਕਿ ਵੱਡੇ ਜਹਾਜ਼ ਲੈਂਡ ਕਰਾਓ ਜੀ, ਇਹ ਕਰੋ ਉਹ ਕਰੋ। ਸੋ ਹੁਣ ਮੈਂ ਸਰਦੀਆਂ 'ਚ ਗਿਆ ਸੀ ਇੰਡੀਆ, ਤੇ ਦਸੰਬਰ ਵਿੱਚ ਉਹਨਾਂ ਦੀ ਕੋਈ ਫਲਾਈਟ 11 ਵਜੇ ਤੋਂ ਪਹਿਲਾਂ ਲੈਂਡ ਨਹੀਂ ਹੋ ਪਾ ਰਹੀ ਸੀ ਕਿਉਂਕਿ ਉੱਥੇ ਕੈਟ 3 ਸਿਸਟਮ ਨਹੀਂ ਹੈਗਾ। ਕੈਟ 2 ਲੱਗਾ ਹੁਣ, ਤੇ ਉਹਦੇ ਵਿੱਚ 500 ਕਿ 300 ਮੀਟਰ ਦੀ ਦੂਰੀ ਤੱਕ ਫਿਰ ਉਹ ਹੈਲਪ ਕਰਦਾ ਹੈ। ਜੇ ਅਵੇਲੇਬਿਲਿਟੀ ਹੋਵੇ ਇਹਦੀ ਵਿਜ਼ਨ ਦਾ, ਫਿਰ ਉਹ ਪਾਇਲਟ ਲੈਂਡ ਕਰ ਲੈਂਦੇ ਨੇ। ਬਿਲਕੁਲ, ਇਹ ਬੜੀ ਵੱਡੀ ਇੱਕ ਟੈਕਨੀਕਲ ਪ੍ਰੋਬਲਮ ਜਿਹੜੀ ਆ ਰਹੇਗੀ। ਸੈਕੰਡਲੀ ਦੇਖੋ, ਕੋਵਿਡ ਦੌਰਾਨ ਕੋਈ ਵੀ ਫਲਾਈਟ ਉੱਥੋਂ ਕੀ ਹੈ, ਇਟਲੀ ਦੀਆਂ ਫਲਾਈਟਾਂ ਕਿਤੇ ਹੋਰ ਗਈਆਂ ਨਹੀਂ, ਅੰਮ੍ਰਿਤਸਰੋਂ ਗਈਆਂ। ਇੱਕ ਵੈਲ ਐਸਟੈਬਲਿਸ਼ ਮਾਰਕੀਟ ਹੈ, ਅਸੀਂ ਪਹਿਲਾਂ ਉਹਨੂੰ ਐਸਟੈਬਲਿਸ਼ ਕਰੀਏ। ਮੈਂ ਕੋਈ ਬਿਜ਼ਨਸ ਕਰਨਾ ਹੈ, ਪਹਿਲਾਂ ਮੈਂ ਜੇ ਇੱਕ ਥਾਂ ਤੇ ਸ਼ੁਰੂ ਕਰਾਂਗਾ, ਫਿਰ ਹੀ ਉਹਨੂੰ ਐਕਸਪੈਂਡ ਕਰਾਂਗਾ। ਜੇ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਪੰਜਾਬ ਦੀ ਇਹਦੀ ਟ੍ਰੈਫਿਕ ਹੈ, ਹਾਂ ਪਤਾ ਲੱਗ ਜਾਏ ਕਿ ਆਹ ਦੇਖੋ ਜੀ 5 ਮਿਲੀਅਨ ਬੰਦਾ ਅੰਮ੍ਰਿਤਸਰ ਆ ਰਿਹਾ ਵਾ, ਇੰਨੇ ਆ ਰਹੇ ਨੇ, ਇਹਦੇ ਚੋਂ ਲੁਧਿਆਣਿਓਂ ਇੰਨੇ ਆ ਰਹੇ ਨੇ ਕੈਚਮੈਂਟ ਏਰੀਆ, ਫਿਰ ਉਹ ਏਰੀਆ ਦੀ ਤੁਸੀਂ ਜਾ ਕੇ ਗੱਲਬਾਤ ਕਰ ਸਕਦੇ ਹੋ। ਬਿਲਕੁਲ। 에ਅਰਲਾਈਨਸ ਲੱਭਦੀਆਂ ਨੇ ਅੰਕੜੇ ਕਿੰਨੇ ਲੋਕ ਆ ਰਹੇ ਨੇ। ਹਾਂਜੀ, ਸਾਰੇ ਅੰਕੜੇ ਕੱਢਣੇ ਔਖੇ ਹੁੰਦੇ ਨੇ ਕਿ ਦਿੱਲੀੋਂ ਕਿੱਦਾਂ ਆ ਰਹੇ ਨੇ, ਕਿੱਦਾਂ ਵਾ ਲੋਕੀ ਬਾਈ ਰੋਡ ਵੀ ਜਾ ਰਹੇ ਨੇ, ਪਰ ਬਹੁਤ ਵਧੀਆ ਪ੍ਰਪੋਜ਼ਲ ਜਿਹੜਾ ਵਾ ਉਹ ਜਾਣਾ ਚਾਹੀਦਾ ਵਾ। ਸੋ ਮੇਨ ਟੈਕਨੀਕਲ ਗੱਲ ਮੈਂ 2-3 ਕਵਾਂਗਾ। ਇੱਕ ਤੇ ਰਨਵੇ ਪਹਿਲਾਂ ਵੱਡਾ ਨਹੀਂ ਸੀ, ਹੁਣ ਹੋ ਗਿਆ। ਕੈਟ 3 ਦੀ ਬੜੀ ਸਮੱਸਿਆ, 2 ਮਹੀਨੇ ਦੀ ਹੋ ਸਕਦਾ 에ਅਰਲਾਈਨਸ ਨੂੰ ਤਾਂ ਦਿਨ ਵੇਲੇ ਫਲਾਈਟਸ ਲੈਂਡ ਕਰਨੀਆਂ ਸ਼ੁਰੂ ਕਰਨ। ਪਰ ਮੈਂ ਦੱਸ ਦਵਾਂ, ਪਿੱਛੇ ਜੇ ਇੱਕ ਅੰਮ੍ਰਿਤਸਰ ਤੋਂ ਫਲਾਈਟ ਡਿਵਰਟ ਹੋਈ ਸੀ, ਮੈਂ ਪਤਾ ਕੀਤਾ, ਕਹਿੰਦੇ 30-35 ਲੱਖ ਰੁਪਈਆ ਜਿਹੜਾ ਵਾ ਸਿਰਫ ਇੱਕ ਫਲਾਈਟ ਦੇ ਡਿਵਰਟ ਹੋਣ ਨਾਲ ਲੱਗਦਾ ਤੇ ਨਹੀਂ। 35-40 ਲੱਖ ਰੁਪਈਆ, ਕਿੰਨੇ ਹਜ਼ਾਰ ਡਾਲਰ ਬਣਦੇ ਨੇ ਉਹ। ਤਕਰੀਬਨ ਮੈਂ ਕਵਾਂਗਾ 60-70 ਹਜ਼ਾਰ ਕੈਨੇਡੀਅਨ ਡਾਲਰ ਬਣਦੇ ਨੇ ਉਹ। ਬਿਲਕੁਲ। ਤੇ ਉਹ ਫਲਾਈਟ ਡਾਇਵਰਟ ਹੋ ਜਾਏ। ਉਹਦੇ ਵਿੱਚ ਦੱਸਣਾ ਜ਼ਰੂਰੀ ਹੈ ਕਿ ਉਹ ਫਲਾਈਟ ਡਾਇਵਰਟ ਕਰਕੇ ਚੰਡੀਗੜ੍ਹ ਨਹੀਂ ਭੇਜੀ, ਜੋ ਕਿ ਲਾਗੇ 에ਅਰਪੋਰਟ ਸੀ, ਜਾਂ ਜੰਮੂ ਨਹੀਂ ਭੇਜੀ, ਉਹ ਫਲਾਈਟ ਡਾਇਵਰਟ ਕਰਕੇ ਜੈਪੁਰ ਭੇਜੀ ਗਈ। ਹਾਂਜੀ, ਸੋ ਕਿਉਂਕਿ ਉੱਥੇ ਸੁਵਿਧਾਵਾਂ ਮੌਜੂਦ ਸਨ। ਤੇ ਇਸ ਤਰ੍ਹਾਂ ਹੀ ਕੁਝ 에ਅਰਪੋਰਟਸ ਨੇ ਜਿੱਥੇ ਕੈਟ 3 ਹੈ। ਹੁਣ ਰੌਲਾ ਪਾਇਆ ਜਾ ਰਿਹਾ ਹਲਵਾਰੇ, ਦੇਖੋ 100 ਕਰੋੜ ਰੁਪਇਆ ਹਲਵਾਰੇ ਜਿੰਨਾ ਵੀ 150 ਕਰੋੜ ਲਾ ਰਹੇ ਨੇ, ਉਹੋ ਹੀ ਜੇ ਉੜੀਸਾ ਸਰਕਾਰ ਪਰ ਪੈਸੰਜਰ 1200 ਜਾਂ 1500 ਜਿੰਨਾ ਵੀ, ਹੁਣ ਚੰਡੀਗੜ੍ਹ ਵੀ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ 1300 ਰੁਪਇਆ ਪਰ ਪੈਸੰਜਰ ਆਫ ਦੇਵਾਂਗੇ, ਪੈਸੇ ਦੇਵਾਂਗੇ। ਉਹ ਇਨਸੈਂਟਿਵਸ ਹੁੰਦੇ ਨੇ ਜੀ, ਜਿਸ ਤਰ੍ਹਾਂ ਪੈਸੰਜਰ ਫੀ ਤੁਹਾਡੀ ਟਿਕਟ ਤੇ ਹੁੰਦੀ ਹੈ 1600 ਰੁਪਇਆ, 에ਅਰਪੋਰਟ ਆਪਣੀ ਫੀ ਲੈਂਦਾ, ਚਲੋ ਉਹ ਤੁਸੀਂ ਉਹਨਾਂ ਕੋਲ ਮਾਫ ਕਰ ਦਿਓ। ਸੋ ਉਹ ਚੀਜ਼ਾਂ ਜਿਹੜੀਆਂ ਨੇ ਅੰਮ੍ਰਿਤਸਰ ਪੰਜਾਬ ਸਰਕਾਰ ਕਰ ਸਕਦੀ ਹੈ, ਗਰਾਊਂਡ ਹੈਂਡਲਿੰਗ ਕਰ ਸਕਦੀ ਹੈ, ਕੋਈ ਹੋਰ ਚੀਜ਼ ਜਿਹੜੀ ਹੈ 에ਅਰਲਾਈਨ ਨੂੰ ਕਹਿ ਸਕਦੀ ਆ। ਕਿਉਂਕਿ 1300 ਰੁਪਇਆ ਆਨੰਦ ਜੀ ਇੱਕ ਸਵਾਰੀ ਦਾ, 1300 ਨੂੰ ਲੱਖ ਪੈਸੰਜਰ ਜੇ ਸਾਲ ਚਾਹਣ, ਮਲਟੀਪਲਾਈ ਕਰੋ ਲੱਖ ਨੂੰ 1300 ਰੁਪਏ ਨਾਲ, ਕਿੰਨੇ ਕਰੋੜ ਰੁਪਇਆ ਬਣ ਜਾਂਦਾ ਹੈ? ਤਕਰੀਬਨ 25-30 ਕਰੋੜ ਰੁਪਇਆ ਬਣ ਜਾਂਦਾ ਹੈ। ਤੇ ਉਹ ਅੱਜ ਤੱਕ ਜਦੋਂ ਦਾ ਅੰਮ੍ਰਿਤਸਰ 에ਅਰਪੋਰਟ ਇੰਟਰਨੈਸ਼ਨਲ ਹੋਇਆ 70ਵਿਆਂ ਦੇ ਦਹਾਕਿਆਂ ਤੋਂ ਅੱਜ ਤੱਕ ਕਦੀ ਵੀ ਇਹੋ ਜਿਹਾ ਇਨਸੈਂਟਿਵ ਅੰਮ੍ਰਿਤਸਰ 에ਅਰਪੋਰਟ ਨੂੰ ਪੰਜਾਬ ਸਰਕਾਰ ਨੇ ਕਦੀ ਵੀ ਨਹੀਂ ਦਿੱਤਾ। ਇਹ ਬੜੀ ਨਮੋਸ਼ੀ ਦੀ ਗੱਲ ਹੈ। ਸੈਂਟਰਲ ਗਵਰਨਮੈਂਟ ਦਾ 에ਅਰਪੋਰਟ ਹੈ ਜੀ, ਉਹ ਕਰੇ, ਪਰ ਨਹੀਂ, ਸਰਕਾਰ ਨੂੰ ਵੀ ਕੁਝ ਕਰਨ ਦੀ ਲੋੜ ਹੈ। 4 에ਅਰਪੋਰਟ ਬਣਾ ਕੇ ਇੰਨੇ ਕਰੋੜ ਕਰਕੇ, ਤੁਸੀਂ ਲੋੜ ਹੈ ਸਾਡੇ NRIs ਨੂੰ, ਹੁਣ 2 ਘੰਟੇ 'ਚ ਤੁਸੀਂ ਲੁਧਿਆਣੇ ਸਾਰੇ ਪਹੁੰਚ ਜਾਂਦੇ ਜੇ। ਕੀ ਸਾਨੂੰ ਪਹਿਲਾਂ ਉਹਨੂੰ ਪੂਰਾ ਕਾਮਯਾਬ ਕਰੀਏ, ਫਿਰ ਆਪਾਂ ਅੱਗੇ ਨੂੰ ਤੁਰੀਏ। ਹਵਾਈ ਅੱਡੇ ਇਹ ਦੱਸਣਾ ਜ਼ਰੂਰੀ ਹੈ ਕਿ ਕੋਈ ਬੱਸ ਅੱਡੇ ਨਹੀਂ ਹੈ ਕਿ ਜਿੱਥੇ ਮਰਜ਼ੀ ਖੋਲ ਲਓ ਤੇ ਬੱਸਾਂ ਚਲਾ ਦਿਓ। ਹਵਾਈ ਅੱਡਿਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਜੋ ਅੰਮ੍ਰਿਤਸਰ 'ਚ ਮੌਜੂਦ ਨੇ। ਇੰਟਰਨੈਸ਼ਨਲ ਲੈਵਲ ਦਾ ਟਰਮੀਨਲ, ਗਰਾਊਂਡ ਹੈਂਡਲਿੰਗ ਫੈਸਿਲਿਟੀਜ਼, ਪ੍ਰੋਪਰ ਰਨਵੇ, ਟੈਕਸੀਵੇਜ਼ ਔਰ ਕਾਰਗੋ ਟਰਮੀਨਲ, ਸਾਰਾ ਕੁਝ ਅੰਮ੍ਰਿਤਸਰ 'ਚ ਮੌਜੂਦ ਹੈ। ਪਰ ਸਰਕਾਰਾਂ ਦੀ ਸਪੋਰਟ ਉਸ ਲੈਵਲ ਤੇ ਨਹੀਂ ਹੁੰਦੀ ਜਿਸ ਲੈਵਲ ਤੇ ਉਹ ਚਾਹੀਦੀ ਹੈ। ਪੰਜਾਬ ਸਰਕਾਰ ਈਵਨ ਕਾਰਗੋ ਐਕਸਪੋਰਟਸ ਨੂੰ ਵੀ ਵਧਾਵਾ ਦੇਣ ਲਈ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਆਪਣੇ ਐਫਰਟ ਹੋਰ ਕਰ ਸਕਦੀ ਹੈ ਔਰ ਆਪਣਾ ਬਹੁਤ ਇੱਕ ਪੋਜ਼ਿਟਿਵ ਰੋਲ ਪਲੇ ਕਰ ਸਕਦੀ ਹੈ। ਹਾਂਜੀ ਹਾਂਜੀ, ਤੇ ਮੈਂ ਦੱਸ ਦਵਾਂ ਅੰਮ੍ਰਿਤਸਰ ਜੁੜਿਆ ਹੈ ਹੁਣ ਅੰਮ੍ਰਿਤਸਰ ਦੋਹਾ ਕਤਰ 에ਅਰਵੇਜ਼, ਜਿਹੜੀ ਕਿ ਨਾਰਥ ਅਮਰੀਕਾ, ਯੂਰਪ ਸਾਰੇ ਨਾਲ ਜੋੜਦੀ ਹੈ, ਰੋਜ਼ਾਨਾ ਫਲਾਈਟ। ਫਿਰ ਅੰਮ੍ਰਿਤਸਰ ਤੋਂ ਦੁਬਈ ਦੀਆਂ 14 ਫਲਾਈਟਾਂ ਨੇ ਹਫਤੇ ਦੀਆਂ, ਰੋਜ਼ ਦੀਆਂ 2। ਸ਼ਾਰਜਾ ਦੇ ਵੀ ਹੁਣ 26 ਮਾਰਚ ਤੋਂ ਬਾਅਦ ਰੋਜ਼ ਦੀਆਂ 2 ਫਲਾਈਟਸ ਹੋ ਜਾਣੀਆਂ ਨੇ। 28 ਫਲਾਈਟਸ ਕਿ 27 ਫਲਾਈਟਸ ਜਿਹੜੀਆਂ ਨੇ UAE ਦੀਆਂ ਨੇ ਹਫਤੇ ਦੀਆਂ। ਫਿਰ ਅੰਮ੍ਰਿਤਸਰ ਤੋਂ ਬਰਮਿੰਗਮ 3 ਦਿਨ, ਅੰਮ੍ਰਿਤਸਰ ਤੋਂ ਲੰਡਨ ਹੀਥਰੋ 25 ਮਾਰਚ ਤੱਕ ਜਿਹੜੀ ਹੈ
ਉਹ ਅੰਮ੍ਰਿਤਸਰ ਤੋਂ ਹੀਥਰੋ ਜਿਹੜਾ ਹੈ ਉਹ ਜੁੜਿਆ ਹੈ ਤੇ ਫਿਰ ਨਾਲ ਦੀ ਨਾਲ ਗੈਟਵਿਕ ਸ਼ੁਰੂ ਹੋਣ ਫਲਾਈਟ ਜਿਹੜੀ ਹੈ 26 ਮਾਰਚ ਤੋਂ ਹੋਏਗੀ, ਹਫਤੇ 'ਚ 3 ਦਿਨ, ਤੇ ਹੀਥਰੋ ਬੰਦ ਹੋ ਜਾਏਗੀ। ਤੇ ਹੁਣ ਅੰਮ੍ਰਿਤਸਰ ਮਿਲਾਨ ਨੀਓਜ਼ ਦੀਆਂ 3 ਫਲਾਈਟਸ, 2 ਕਿ 3 ਫਲਾਈਟਸ ਨੇ ਹਫਤੇ ਦੀਆਂ, ਰੋਮ ਵੀ 1 ਫਲਾਈਟ ਹੈ ਹਫਤੇ ਦੀ, ਸਪਾਈਸ ਜੈਟ ਦੀਆਂ 3 ਫਲਾਈਟਸ ਨੇ ਹਫਤੇ ਦੀਆਂ। ਸੋ ਇਹ ਜਿਹੜੀਆਂ ਫਲਾਈਟਸ ਨੇ ਇਹ ਵੈਸਟ ਵੱਲ ਨੂੰ ਸਮਝ ਲਓ। ਤੇ ਜੇ ਆਪਾਂ ਸਾਊਥ ਈਸਟ ਦੀ ਗੱਲ ਕਰੀਏ, ਅੰਮ੍ਰਿਤਸਰ ਤੋਂ ਕੁਆਲਾਲੰਪੁਰ 4 ਦਿਨ, ਅੰਮ੍ਰਿਤਸਰ ਤੋਂ ਸਿੰਗਾਪੁਰ ਹਫਤੇ 'ਚ 5 ਦਿਨ। ਸਕੂਟ ਦੀ 에ਅਰਲਾਈਨ ਜਿਹੜੀ ਹੈ ਸਿੰਗਾਪੁਰ 에ਅਰਲਾਈਨਸ, ਉਹ ਆਪਰੇਟ ਕਰਦੀ ਹੈ 330 ਸਵਾਰੀ ਦਾ ਜਹਾਜ਼। ਸੋ ਉਹਦੇ ਨਾਲ ਸਾਰਾ ਆਸਟ੍ਰੇਲੀਆ ਕਨੈਕਟ ਹੋ ਰਿਹਾ ਹੈ। ਸੋ ਇਹ ਕਨੈਕਟੀਵਿਟੀ ਜਿਹੜੀ ਹੈ ਸਾਡੀ ਹੈ, ਤੇ ਨਾਲ ਦੀ ਨਾਲ 12 ਡੋਮੈਸਟਿਕ 에ਅਰਪੋਰਟ ਵੀ ਨੇ, ਬੈਂਗਲੁਰੂ, ਮੁੰਬਈ, ਜਿੱਦਾਂ ਲਖਨਊ, ਜੈਪੁਰ, ਜੰਮੂ ਤੇ ਅਹਿਮਦਾਬਾਦ, ਗੋਆ। ਸੋ ਕਾਫੀ 에ਅਰਪੋਰਟ ਜਿਹੜੇ ਨੇ ਉਹ ਹੁਣ ਅੰਮ੍ਰਿਤਸਰ ਨਾਲ ਜਿਹੜੇ ਨੇ ਜੁੜ ਗਏ ਨੇ। ਸੋ ਕਾਫੀ ਸਾਰੀਆਂ ਫਲਾਈਟਾਂ ਨੇ ਜੀ, ਬਹੁਤ ਸਾਰੇ ਹਵਾਈ ਕੰਪਨੀਆਂ ਨੇ ਜੋ ਅੰਮ੍ਰਿਤਸਰ ਤੋਂ ਆਪਰੇਟ ਕਰ ਰਹੀਆਂ। ਆਸ ਇਹ ਵੀ ਕਰਦੇ ਆ ਕਿ ਤੁਰਕਮੇਨਿਸਤਾਨ ਤੇ ਉਜ਼ਬੇਕਿਸਤਾਨ 에ਅਰਵੇਜ਼ ਵੀ ਆਪਣੀਆਂ ਦੁਬਾਰਾ ਤੋਂ ਫਲਾਈਟਾਂ ਚਾਲੂ ਕਰਨਗੀਆਂ, ਜੋ ਉਹਨਾਂ ਨੇ ਅੰਮ੍ਰਿਤਸਰ ਨੂੰ ਬਹੁਤ ਸਾਲ ਇੱਕ ਸਪੋਰਟਿਵ ਰੋਲ ਪਲੇ ਕੀਤਾ। ਯੂਰਪ ਤੇ ਇੰਗਲੈਂਡ ਦੇ ਸਵਾਰੀਆਂ ਨੂੰ ਇੱਕ ਸੁਖਾਲਾ ਉਹ ਇੱਕ ਤਰੀਕਾ ਦਿੰਦੇ ਸਨ ਕਿ ਉਹ ਅੰਮ੍ਰਿਤਸਰ ਆਰਾਮ ਨਾਲ ਪਹੁੰਚ ਸਕਦੇ ਸਨ। ਸਾਨੂੰ ਆਸ ਹੈ ਕਿ ਉਹ ਵੀ ਦੁਬਾਰਾ ਆਪਣੀਆਂ ਫਲਾਈਟਾਂ ਸ਼ੁਰੂ ਕਰਨਗੀਆਂ। ਤੇ ਸਾਨੂੰ ਪੁਰਜ਼ੋਰ ਤਰੀਕੇ ਤੇ ਇਹ ਵੀ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਸਾਨੂੰ ਇਹ ਤੇ ਪਤਾ ਨਹੀਂ ਕਿ ਅੱਜ, ਕੱਲ੍ਹ ਜਾਂ ਅਗਲੇ ਮਹੀਨੇ, ਪਰ ਕਦੋਂ, ਪਰ ਇਹ ਅਸੀਂ ਜ਼ਰੂਰ ਆਸ ਕਰਦੇ ਹਾਂ ਕਿ ਕੈਨੇਡਾ, ਅਮਰੀਕਾ ਲਈ ਵੀ ਸਿੱਧੀਆਂ ਉਡਾਨਾਂ ਇੱਕ ਦਿਨ ਜ਼ਰੂਰ ਚੱਲਣਗੀਆਂ। ਹਾਂਜੀ ਜੀ, ਮੈਂ ਇਜਾਜ਼ਤ ਲੈਣ ਤੋਂ ਪਹਿਲਾਂ ਜਨਰਲੀ ਜੇ ਨਾਮ ਲੈਣ ਲੱਗਾ ਤੇ ਬਹੁਤ ਵੱਡੀ ਲਿਸਟ ਹੈ, ਕਈਆਂ ਦੇ ਰਹਿ ਜਾਣਗੇ, ਤੇ ਪਰ ਮੈਂ ਜ਼ਰੂਰ ਇੱਥੇ ਕਹਿਣਾ ਚਾਹਾਂਗਾ ਕਿ ਮੈਂ ਜ਼ਰੂਰ ਕਿਹਾ ਕਿ ਮੇਰੇ ਪਿਤਾ ਜੀ ਜਿਹੜਾ ਅੰਮ੍ਰਿਤਸਰ ਵਿਕਾਸ ਮੰਚ ਸ਼ੁਰੂ ਕੀਤਾ, ਪਰ ਨਾਲ ਹੋਰ ਵੀ ਸੀਨੀਅਰਸ ਨੇ ਕਾਫੀ ਜਾਣੇ ਤੇ ਜਿਨ੍ਹਾਂ ਨੇ ਸ਼ੁਰੂ ਕੀਤਾ, ਉਹ ਇਹਨੂੰ ਇਸ ਦੁਨੀਆ ਵਿੱਚ ਨਹੀਂ ਨੇ, ਪਰ ਇਸ ਸਮੇਂ ਉਹਦੇ ਪੈਟਰਨ ਜਿਹੜੇ ਨੇ, ਇੱਕ ਸਰਦਾਰ ਕੁਲਵੰਤ ਸਿੰਘ, ਪ੍ਰਿੰਸੀਪਲ ਕੁਲਵੰਤ ਸਿੰਘ ਜੀ ਅਣਖੀ, ਤੇ ਨਾਲ ਦੀ ਨਾਲ ਸਰਦਾਰ ਮਨਮੋਹਨ ਸਿੰਘ ਜੀ ਬਰਾੜ, ਉਹ ਨੇ, ਤੇ ਉਹਨਾਂ ਵੱਲੋਂ ਬਹੁਤ, ਜਿਸ ਤਰ੍ਹਾਂ, ਤੇ ਇਸਥੋਂ ਅਮਰੀਕਾ ਰਹਿ ਕੇ ਫਿਰ ਇੰਡੀਆ ਹੁਣ ਪੰਜਾਬ ਵਾਪਸ ਰਹਿਣ ਲਈ ਗਏ ਨੇ, ਉਹਨੇ ਇੰਜੀਨੀਅਰ ਤੁਸੀਂ ਕਹਿ ਲਓ ਸਰਦਾਰ ਹਰਜਾਬ ਸਿੰਘ ਜੀ ਔਜਲਾ ਜੀ। ਸੋ ਇਹ ਜਿਹੜੇ ਸਾਡੇ ਸੀਨੀਅਰ ਨੇ, ਹੋਰ ਵੀ ਪ੍ਰੋਫੈਸਰ ਮੋਹਨ ਸਿੰਘ, ਉਹਨਾਂ ਨੇ ਬਹੁਤ, ਇਹਨਾਂ ਸਾਰਿਆਂ ਨੇ, ਜੇ ਮੈਂ ਕਿਸੇ ਦਾ ਨਾਂ ਰਹਿ ਵੀ ਗਿਆ ਤੇ ਮਾਫੀ ਚਾਹਾਂਗਾ, ਪਰ ਸਾਡੀ ਆਪਣੀ ਜਿਹੜੀ ਟੀਮ ਹੈ, ਯੰਗ ਟੀਮ ਹੈ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜੋ ਅਸੀਂ ਅੱਜ ਆਪਣੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਜੋ ਹੈ, ਭਾਵੇਂ ਮਨ, ਤਨ ਤੇ ਧਨ, ਜਿਸ ਤਰ੍ਹਾਂ ਵੀ ਅਸੀਂ ਕਰ ਸਕਦੇ ਹਾਂ, ਅਸੀਂ ਕਰ ਰਹੇ ਹਾਂ, ਤੇ ਆਓ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੀਏ। ਤੇ ਇਹਦੇ ਵਿੱਚ ਮੈਂ ਆਪਣੀ ਇੰਡੀਆ ਦੀ ਟੀਮ ਦੇ ਨਾਂ ਜ਼ਰੂਰ ਲੈਣਾ ਚਾਹਾਂਗਾ। ਸਾਡੇ ਇੰਡੀਆ ਦੇ ਕਨਵੀਨਰ ਯੋਗੇਸ਼ ਕਾਮਰਾ ਜੀ, ਤੇ ਸਾਡੇ ਹੋਰ ਵਾਲੰਟੀਅਰ ਦਲਜੀਤ ਸਿੰਘ ਸੈਣੀ, ਰਵਰੀਤ ਸਿੰਘ, ਮੁੰਡਾ ਮਾਈਕਲ, ਤੇ ਹੋਰ ਵੀ ਕੁਝ ਸੁਹਿਰਦ, ਕਾਫੀ ਜਾਣੇ ਨੇ, ਜੇ ਕਿਸੇ ਦਾ ਨਾਂ ਰਹਿ ਗਿਆ ਤੇ ਹਰਿੰਦਰਪਾਲ ਸਿੰਘ, ਔਰ ਹੋਰ ਵੀ ਸੱਜਣ ਨੇ, RPS ਬੇਦੀ ਜੀ, ਜਿਹੜੇ ਅਕਸਰ ਉਹ ਆਪਣੇ ਸੁਝਾਅ ਤੇ ਹੋਰ ਜ਼ਰੀਏ ਨਾਲ ਸਾਡੀ ਮਦਦ ਕਰਨ ਦੀ ਹਮੇਸ਼ਾ ਚੇਸ਼ਟਾ ਵਿੱਚ ਰਹਿੰਦੇ ਹਨ। ਬਹੁਤ ਸਾਰੇ ਨਾਂ ਨੇ। ਹਾਂ, ਮੈਂ ਦੱਸ ਦਵਾਂ, ਇੱਕ ਸਾਡੇ ਕੋਲ ਇੰਜੀਨੀਅਰ ਲੜਕਾ ਵੀ ਹੈ, ਉਹਦਾ ਨਾਂ ਸਤਚਿਤ ਗੁਪਤਾ ਹੈ, ਤੇ ਉਹ ਦੇਖੋ ਜੀ, ਉਹਨੇ ਰੋਜ਼ ਹੀ ਉਹਨੇ ਕਿਸੇ ਤਰ੍ਹਾਂ ਅਨੰਤ ਜੀ ਉਹ ਚੈੱਕ ਕਰਦਾ, ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦਵਾਂ, ਉਹ ਚੈੱਕ ਕਰਦੇ ਨੇ ਕਿਸੇ ਬੁਕਿੰਗ ਖੁੱਲੀ ਹੈ ਜਾਂ ਕਿਸ ਤਰ੍ਹਾਂ ਵੀ ਹੈ। ਸੋ ਕਾਫੀ ਲੋਕ ਜਿਹੜੇ ਨੇ ਉਹ ਚਾਹੁੰਦੇ ਵੀ ਨਹੀਂ ਅਸੀਂ ਫਰੰਟ ਤੇ ਆਈਏ। ਖੈਰ, ਉਹ ਵੀ ਇਹ ਸੇਵਾ, ਹਰ ਇੱਕ ਦਾ ਕੰਟਰੀਬਿਊਸ਼ਨ ਜਿਹੜਾ ਹੈ, ਜੇ ਕੋਈ ਫਲਾਈਟ ਨਵੀਂ ਆ ਰਹੀ ਹੈ, ਕਦੀ ਮੈਨੂੰ ਪਤਾ ਲੱਗਦਾ ਹੈ, ਕਿਸੇ ਨੂੰ ਪਤਾ ਲੱਗਦਾ ਹੈ, ਤੇ ਉਹ ਜਾਣਕਾਰੀ ਅਸੀਂ ਸਾਰਿਆਂ ਤੱਕ ਪਹੁੰਚਾਉਂਦੇ ਹਾਂ। ਸੋ ਜੇ ਨਾਮ ਕਿਸੇ ਦਾ ਮਿਸ ਹੋ ਗਿਆ ਤੇ ਜ਼ਰੂਰ ਉਹਦੇ ਲਈ ਅਸੀਂ ਮਾਫੀ ਚਾਹਾਂਗੇ। ਔਰ ਇਸ ਦੇ ਨਾਲ ਹੀ ਮੀਡੀਆ ਜੋ ਹੈ, ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਹਮੇਸ਼ਾ ਹੀ ਕਰਦੇ ਰਹਿੰਦੇ ਹਾਂ। ਕੈਨੇਡਾ ਦੀਆਂ ਮੀਡੀਆ ਆਰਗੇਨਾਈਜੇਸ਼ਨਸ, ਕਾਫੀ ਸਾਰੇ ਰੇਡੀਓ ਸਟੇਸ਼ਨ, TV ਸਟੇਸ਼ਨ ਸਾਡਾ ਹਮੇਸ਼ਾ ਸਹਿਯੋਗ ਦਿੰਦੇ ਆ। ਇੰਡੀਆ ਦੀਆਂ ਵੀ ਮੀਡੀਆ ਆਰਗੇਨਾਈਜੇਸ਼ਨ, ਅਮਰੀਕਾ ਦੀਆਂ ਅਖਬਾਰਾਂ ਤੇ ਮੀਡੀਆ ਆਰਗੇਨਾਈਜੇਸ਼ਨ, ਸਾਰਿਆਂ ਦਾ ਨਾਂ ਲੈਣਾ ਅਸੀਂ ਵਾਜਿਬ ਨਹੀਂ ਸਮਝਾਂਗੇ, ਬਟ ਅਸੀਂ ਉਹਨਾਂ ਤੱਕ ਆਪਣੀ ਆਵਾਜ਼ ਜ਼ਰੂਰ ਪਹੁੰਚਾਉਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਹਮੇਸ਼ਾ ਯਾਦ ਰੱਖਦੇ ਹਾਂ। ਸੋ ਇਸ ਦੇ ਨਾਲ ਹੀ ਅਸੀਂ ਇਸ ਵਿਸ਼ੇਸ਼ ਪ੍ਰੋਗਰਾਮ ਦੀ ਸਮਾਪਤੀ ਵੱਲ ਵਧ ਰਹੇ ਹਾਂ, ਤੇ ਆਪ ਸਭ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਸ ਗੱਲਬਾਤ ਵਿੱਚ ਸਾਡੇ ਨਾਲ ਜੁੜੇ, ਤੇ ਅਸੀਂ ਅੱਗੇ ਵੀ ਇਹੋ ਜਿਹੀ ਗੱਲਬਾਤ ਆਪ ਤੱਕ ਲਿਆਉਂਦੇ ਰਵਾਂਗੇ। ਸ਼ੁਕਰੀਆ, ਧੰਨਵਾਦ।